महिमा बरन न सको। तू ठाकुर ऊच भगवाना, होवै सिफत खसामदी। नूर अरसों कुरसों झट्ठीऐ, तुद डिठे सच्चे पातशाह। मल जन्म जन्म दी कट्टी है सतनाम। श्री वाहिगुरु साहिब जी टोडी महला पंजवा। रसना गुण गोपाल नित गायण, शांत सहज रहस मन उपजयो। सगले दुख पलायण, रसना गुण गोपाल नित गायण। शांत सहज रहस मन उपजयो। सगले दुख पलायण रहाओ। जो मांगै सोई सोई पावै, सेव हर के चरण रसायण। जन्म मरण दोहूं ते छूटै, भवजल जगत तरायण। खोजत खोजत तत विचारियो, दास गोबिंद परायण। अविनाशी खेम चाहे जे नानक, सदा सिमर नारायण। खोजत खोजत तत विचारियो, दास गोबिंद परायण। अविनाशी खेम चाहे जे नानक, सदा सिमर नारायण। वाहिगुरु जी का खालसा, वाहिगुरु जी की फतेह। सतगुरु गुरु गरीब निवाज, चवर छत्र तखत दे मालक धन धन साहिब श्री गुरु ग्रंथ साहिब महाराज सच्चे पातशाह जी की पावन और पवित्र गुर गोद विच अज दे हफ्तावारी दीवाना की हाज़री भर रही सन्मानयोग साध संगत वडभागी हाँ। सो अमृत वेले धन साहिब श्री गुरु ग्रंथ साहिब महाराज सच्चे पातशाह जी ने महान बख्शिश कृपा दयालता की। प्रकाशमान रूप दे विच जिहड़े मुख वाक धन श्री गुरु ग्रंथ साहिब महाराज सच्चे पातशाह जी दे विचों आपां दर्शन दिदारे कीते हैं। दर्शन तो भाव है भी बाणी नूं आपां सुनिया है। ये पावन शब्द श्री मुख वाक रूप दे विच शहीदां दे सिरताज सोढी सुल्तान गुरदेव धन गुरु अर्जुन देव महाराज सच्चे पातशाह जी की रसना के द्वारा उचारण किया है। टोडी राग दे विच 713 अंग दे उपर सुभाईमान है। लगभग तकरीबन इस शब्द दीयां जिहड़ियां पंक्तियां ने सारे ही संगतां दा ओ रसना दे सिंगार ने, भाव सब नूं याद ने। सतगुरु गुरु गरीब निवाज धन श्री गुरु अर्जुन देव महाराज सच्चे पातशाह ने कृपा की है। गुरदेव पातशाह जी ने जिक्र किया है, रसना गुण गोपाल निध गायण। निध दे अर्थ ने खजाना और गुण दे अर्थ ने उस मालक परमात्मा दे वलों दिता होया उपदेश। सतगुरां ने जिस राग दे विच ये जिक्र किया है, तो जदों आपां सतगुरां दी बाणी सहस कृति दे सलोक ते उहदे विच गाथा नाम दी बाणी सरवण करदे आ, ते मेरे सतगुरां ने उथे मनुखा जन्म की एक गल कीती है शरीर दी, कि जिस शरीर दा जिस तन दा तू बहुत ज़्यादा मान हंकार करदा है, पातशाह जी कहते ओदी बस इन्नी क ही पाया है।
ਕਰਪੂਰ ਪੋਪ ਸੁਗੰਧਾ ਪਰਸ ਮਾਨੁਖ ਦੇਹ ਮਲੀਣੰ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ। ਅਗਿਆਨਣੋ ਦੇ ਅਰਥ ਨੇ ਨਾ ਸਮਝ, ਤੇ ਜਿੱਥੇ ਗਿਆਨ ਹੈ ਉਥੋਂ ਸਿੱਖਿਆ ਮਿਲਦੀ ਹੈ ਵੀ ਇਹ ਸਮਝਦਾਰ ਬੰਦਾ ਹੈ, ਤੇ ਜਿੱਥੇ ਗਿਆਨ ਦੇ ਅੱਗੇ ਆੜਾ ਲੱਗ ਜੇ ਉੱਥੇ ਬਣ ਜਾਂਦਾ ਅਗਿਆਨ। ਇੱਥੇ ਪਾਤਸ਼ਾਹ ਨੇ ਜ਼ਿਕਰ ਕੀਤਾ ਅਗਿਆਨਣੋ। ਅਗਿਆਨਣੋ ਕਿਹਨੂੰ ਕਹਿ ਰਹੇ ਨੇ? ਮੱਜਾ ਰੁਦਰ ਦੁਰਗੰਧਾ। ਮੱਜਾ ਤੋਂ ਭਾਵ ਹੈ ਮਿੱਝ। ਮੱਜਾ ਰੁਦਰ ਦੁਰਗੰਧਾ ਭਾਵ ਇਹ ਜਿਹੜਾ ਸਰੀਰ ਹੈ ਨਾ 5 ਤੱਤਾਂ ਦਾ ਬਣਿਆ, 10 ਇਹਦੇ ਇੰਦਰੇ ਨੇ, ਪਰ ਇਸ ਸਰੀਰ ਦੇ ਵਿੱਚ ਕੇਵਲ ਮਿੱਝ ਖੂਨ ਆਦਿਕ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਭਗਤ ਰਵਿਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ। ਤੋ ਇੱਥੇ ਸਤਿਗੁਰੂ ਜੀ ਕਹਿੰਦੇ ਕੇਵਲ ਇੱਕ ਹੱਡ ਤੇ ਮਿੱਝ ਖੂਨ ਆਦਿਕ ਇਹ ਸਾਰਾ ਇੱਕ ਢਾਂਚਾ ਬਣਿਆ ਹੋਇਆ ਹੈ, ਪਰ ਤੂੰ ਇਸ ਸਰੀਰਕ ਰੂਪ ਢਾਂਚੇ ਦਾ ਇਹ ਅਗਿਆਨੀ ਨਾ ਸਮਝ ਬੰਦੇ ਬਹੁਤ ਜ਼ਿਆਦਾ ਤੂੰ ਮਾਣ ਕਰੀ ਬੈਠਾ ਹੈ। ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ। ਪਰ ਜਦੋਂ ਇਸ ਤਨ ਦੇ ਉੱਪਰ ਸਰੀਰ ਦੇ ਉੱਪਰ ਆਪਾਂ ਚਲੋ ਹੁਣ ਤੇ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਆ ਗਏ ਨੇ, ਪਰ ਸਤਿਗੁਰਾਂ ਨੇ ਉਸ ਜ਼ਮਾਨੇ ਦੀ ਗੱਲ ਕੀਤੀ ਜਦੋਂ ਇਹ ਚੀਜ਼ਾਂ ਹੋਂਦ ਵਿੱਚ ਨਹੀਂ ਸੀ ਆਈਆਂ। ਉਦੋਂ ਸਤਿਗੁਰਾਂ ਨੇ ਜ਼ਿਕਰ ਕੀਤਾ ਕਰਪੂਰ ਭਾਵ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ, ਤਰ੍ਹਾਂ ਤਰ੍ਹਾਂ ਦੇ ਚੰਦਨ, ਤਰ੍ਹਾਂ ਤਰ੍ਹਾਂ ਦੇ ਕਪੂਰ ਆਦਿਕ ਫੁੱਲਾਂ ਤੋਂ ਬਣੇ ਹੋਏ ਕੇਵੜੇ ਬੋਤਲਾਂ ਵਿੱਚ ਪਾਏ। ਉਹ ਅੱਜ ਵੀ ਜਿਹੜੇ ਬਜ਼ੁਰਗ ਨੇ ਜਾਂ ਤੁਸੀਂ ਜਾਣਦੇ ਹੋ ਕਿ ਪਰਫਿਊਮ ਨਹੀਂ ਸੀ ਹੁੰਦੇ, ਕੇਵਲ ਉਹ ਬੋਤਲਾਂ ਦੇ ਵਿੱਚ ਇੱਕ ਜਲ ਪਾਇਆ ਹੁੰਦਾ ਸੀ ਜਿਹਦੇ ਵਿੱਚ ਸੁਗੰਧੀ ਹੁੰਦੀ ਸੀ। ਇੱਥੇ ਮੇਰੇ ਸਤਿਗੁਰਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਬੰਦਿਆ ਤੂੰ ਇਸ ਸਰੀਰ ਦਾ ਮਾਣ ਹੰਕਾਰ ਨਾ ਕਰ, ਉਸ ਵਾਹਿਗੁਰੂ ਜੀ ਦਾ ਤੂੰ ਸ਼ੁਕਰ ਕਰ। ਪਰ ਕਹਿੰਦੇ ਜਿਸ ਸਰੀਰ ਦਾ ਤੂੰ ਮਾਣ ਕਰਦਾ ਇਹਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਚੰਦਨ ਕੇਵੜੇ ਫੁੱਲ ਆਦਿਕ ਤੂੰ ਪਰਫਿਊਮ ਵਗੈਰਾ ਜਿੰਨਾ ਕੁਝ ਮਰਜ਼ੀ ਲਾ ਲਈ। ਇੱਥੇ ਕੋਈ ਲਾਉਣ ਦੀ ਮਨਾਹੀ ਨਹੀਂ ਕਰ ਰਹੇ ਵੀ ਨਹੀਂ ਲਾਉਣਾ ਚਾਹੀਦਾ। ਹਾਂ ਤੁਸੀਂ ਲਾਓ, ਜ਼ਰੂਰ ਲਾਉਣਾ ਚਾਹੀਦਾ ਤਾਂ ਕਿ ਦੂਜਾ ਬੰਦਾ ਤੁਹਾਡੇ ਕੋਲ ਬੈਠਾ ਹੈ, ਤੁਹਾਡੇ ਲਾਗੇ ਦੀ ਲੰਘਦਾ ਹੈ ਤੇ ਉਹ ਕਿਤੇ ਵਿਚਾਰਾ ਤੁਹਾਡੇ ਕੋਲ ਬੈਠਾ ਹੋਵੇ ਤੇ ਉੱਠ ਵੀ ਨਾ ਸਕੇ ਤੇ ਉਹ ਵਿਚਾਰਾ ਨਾਕੀ ਫੜ ਕੇ ਬੈਠਾ ਰਵੇ। ਪਾਤਸ਼ਾਹ ਜੀ ਕਹਿੰਦੇ ਲਾਓ ਜ਼ਰੂਰ, ਪਰ ਸਤਿਗੁਰੂ ਜੀ ਕਹਿੰਦੇ ਜਿਸ ਸਰੀਰ ਦਾ ਤੂੰ ਮਾਣ ਕਰਦਾ ਹੈ ਨਾ, ਕਹਿੰਦੇ ਇਸ ਸਰੀਰ ਦੇ ਉੱਪਰ ਮਹਿੰਗੇ ਤੋਂ ਮਹਿੰਗੇ ਪਰਫਿਊਮ ਵੀ ਜੇ ਤੂੰ ਲਾ ਲਵੇਂ, ਕਹਿੰਦੇ ਇਸ ਸਰੀਰ ਦੇ ਵਿੱਚ ਇਸ ਬਦਨ ਤਨ ਦੇ ਵਿੱਚ ਇੰਨੀ ਕੁ ਮੈਲ ਹੈ। ਵੇਖੋ ਸੁਬਾਹ ਕੱਪੜੇ ਆਪਾਂ ਪਾਉਂਦੇ ਹਾਂ, ਸ਼ਾਮ ਤੱਕ ਉਹਨਾਂ ਕੱਪੜਿਆਂ ਦੇ ਬਾਹਾਂ ਦੇ ਕਾਲਰ ਜਾਂ ਤੁਸੀਂ ਇੱਧਰੋਂ ਗਲੇ ਦੇ ਕਾਲਰ ਤੱਕ ਕੇ ਵੇਖੋ ਕਿ ਉਹ ਬਿਲਕੁਲ ਮੈਲੇ ਹੋ ਜਾਂਦੇ ਨੇ। ਤੇ ਫਿਰ ਉਹ ਮੈਲ ਆਈ ਕਿੱਥੋਂ ਹੈ? ਉਹ ਕੋਈ ਮੈਲ ਸਾਡੇ ਹੋਰ ਤਾਂ ਕੋਈ ਗਲੇ ਦੇ ਨਾਲ ਲਾ ਨਹੀਂ ਗਿਆ, ਘਿਸੜ ਘਿਸੜ ਕੇ ਉਸ ਗਲੇ ਤੇ ਬਾਹਾਂ ਦੇ ਨਾਲ ਉਸ ਕੱਪੜਿਆਂ ਦੇ ਨਾਲ ਉਹ ਮੈਲ ਨਿਕਲੀ ਕਿੱਥੋਂ? ਸਰੀਰ ਵਿੱਚੋਂ ਨਿਕਲੀ ਹੈ। ਪਾਤਸ਼ਾਹ ਜੀ ਕਹਿੰਦੇ ਕਰਪੂਰ ਪੋਪ ਸੁਗੰਧਾ ਪਰਸ ਮਾਨੁਖਯੰ ਦੇਹ ਮਲੀਣੰ। ਦੇਹ ਸਰੀਰ ਮਲੀਣੰ ਭਾਵੇਂ ਇਹ ਅੱਤ ਦੀ ਮੈਲੀ ਹੈ। ਤਰ੍ਹਾਂ ਤਰ੍ਹਾਂ ਦੇ ਤੂੰ ਇਹਦੇ ਉੱਪਰ ਸੁਗੰਧੀਆਂ ਲਾ ਲੀਆਂ। ਸਮਝਾਉਣ ਦਾ ਇਹ ਯਤਨ ਕਰ ਰਹੇ ਨੇ ਸਤਿਗੁਰੂ ਜੀ ਕਿ ਬਸ ਤੂੰ ਮਾਣ ਨਾ ਕਰੀ, ਲਾ ਤੂੰ ਜੋ ਕੁਝ ਮਰਜ਼ੀ ਤਨ ਬਦਨ ਸਰੀਰ ਤੇ, ਪਰ ਮਾਣ ਨਾ ਕਰੀ। ਪਾਤਸ਼ਾਹ ਜੀ ਕਿਉਂ ਨਾ ਮਾਣ ਕਰਾਂ ਇਹ ਵੀ ਸਮਝਾ ਦਿਓ। ਸਤਿਗੁਰੂ ਜੀ ਕਹਿੰਦੇ ਇਸ ਸਰੀਰ ਦੇ ਵਿੱਚ ਜਿਹੜਾ 5 ਤੱਤਾਂ ਦਾ ਤੇ 10 ਇੰਦਰੀਆਂ ਦਾ ਬਣਿਆ ਨਾ, ਇਹਦੇ ਵਿੱਚ ਮੈਲ ਤੋਂ ਬਿਨਾ ਕਹਿੰਦੇ ਹੋਰ ਕੱਖ ਵੀ ਨਹੀਂ ਹੈ। ਕਰਪੂਰ ਪੋਪ ਸੁਗੰਧਾ ਪਰਸ ਮਾਨੁਖ ਦੇਹ ਮਲੀਣੰ। ਮੱਜਾ ਰੁਦਰ, ਰੁਦਰ ਦੇ ਅਰਥ ਨੇ ਖੂਨ ਲਹੂ। ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ। ਗਰਬੇਣ ਦੇ ਅਰਥ ਨੇ ਹੰਕਾਰੀ ਹੋਣਾ। ਅਗਿਆਨਣੋਂ ਦੇ ਅਰਥ ਨੇ ਨਾ ਸਮਝ ਬੰਦਾ ਨਾ ਜਿਹੜਾ, ਉਹੀ ਇਸ ਸਰੀਰ ਦਾ ਮਾਣ ਕਰਦਾ ਹੈ। ਗਿਆਨੀ ਸੰਤ ਸਿੰਘ ਮਸਕੀਨ ਦੀ ਮੈਂ ਇੱਕ ਦਿਨ ਕਥਾ ਸੁਣ ਰਿਹਾ ਸਾਂ ਤੇ ਉਹਨਾਂ ਨੇ ਜ਼ਿਕਰ ਕੀਤਾ, ਉਹਨਾਂ ਦਾ ਕੋਈ ਵਿਸ਼ਾ ਸੀ ਇਸੇ ਤਰ੍ਹਾਂ ਦਾ ਹੀ। ਉਹ ਕਹਿੰਦੇ ਮੈਂ ਵਿਸ਼ੇ ਦੇ ਵਿੱਚ ਕਹਿੰਦੇ ਗੱਲ ਸ਼ੁਰੂ ਕੀਤੀ ਵੀ ਜਿਹੜੇ ਪਹਿਲਵਾਨ ਆਦਿਕ ਹੁੰਦੇ ਨੇ ਵੀ ਪਹਿਲਵਾਨ ਬਹੁਤਾਤ ਵਿੱਚ ਕੁਝ ਕਿ ਇੰਨੇ ਨੇ ਕਿ ਉਹਨਾਂ ਨੂੰ ਆਪਣੇ ਸਰੀਰ ਦਾ ਤਨ ਦਾ ਬਹੁਤ ਜ਼ਿਆਦਾ ਮਾਣ ਹੁੰਦਾ ਹੈ
ਤੇ ਜਦੋਂ ਕਈ ਦਫਾ ਜਦੋਂ ਗੱਲ ਚੱਲ ਪੈਂਦੀ ਨਾ ਤੇ ਪਤਾ ਨਹੀਂ ਚੱਲਦਾ, ਜਦੋਂ ਕੋਈ ਗੱਲ ਕਹਿ ਦਿੰਦਾ ਹੈ ਸਾਨੂੰ ਦੂਜੇ ਦੀ ਗੱਲ ਤਾਂ ਯਾਦ ਰਹਿੰਦੀ ਹੈ, ਪਰ ਜਦੋਂ ਆਪਾਂ ਇਕੱਠੇ ਹੋ ਕੇ ਗੱਲਾਂ ਕਰਦੇ ਆ ਤੇ ਆਪਾਂ ਦੇਖ ਲਓ ਕਿਸੇ ਦਾ ਮੂੰਹ ਮੁਲਾਜਾ ਰੱਖਣ ਲਈ, ਕਿਸੇ ਦੀ ਵਡਿਆਈ, ਕਿਸੇ ਦੀ ਨਿੰਦਾ, ਕਿਸੇ ਨੂੰ ਬਹੁਤ ਕੁਝ ਕਹਿ ਦਿੰਨੇ ਆ ਤੇ ਉਸ ਬੰਦੇ ਨੂੰ ਬਾਅਦ ਵਿੱਚੋਂ ਜੇ ਤੁਸੀਂ ਪੁੱਛੋ ਵੀ ਤੂੰ ਇਹ ਗੱਲ ਕਿਉਂ ਕਹੀ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਿਆ। ਦਰਅਸਲ ਜਦੋਂ ਇਹ ਦੂਜੇ ਨੂੰ ਕਹਿੰਦਾ ਉਦੋਂ ਕਹਿੰਦਾ ਪਤਾ ਨਹੀਂ ਲੱਗਿਆ, ਪਰ ਜਦੋਂ ਕੋਈ ਦੂਜਾ ਕਹਿੰਦਾ ਤੇ ਉਦੋਂ ਇਹ ਆਪਣੀ ਦਿਲ ਦੀ ਮਨ ਦੀ ਡਾਇਰੀ ਦੇ ਉੱਪਰ ਲਿਖ ਲੈਂਦਾ ਵੀ ਨੇ ਆਹ ਗੱਲ ਕਹੀ। ਮਸਕੀਨ ਜੀ ਕਹਿੰਦੇ ਮੈਂ ਬੰਗਲਾ ਸਾਹਿਬ ਕਥਾ ਕਰਦਿਆਂ ਕਹਿ ਦਿੱਤਾ ਕਿ ਵੀ ਲਗਭਗ ਜਿਹੜੇ ਪਹਿਲਵਾਨ ਨੇ ਉਹਨਾਂ ਦੇ ਵਿੱਚੋਂ 5-10% ਕਹਿੰਦੇ ਮੂਰਖ ਹੀ ਹੁੰਦੇ ਨੇ। ਹੁਣ ਕਥਾ ਦੇ ਵਿੱਚ ਸੰਗਤ ਵਿੱਚ ਕਹਿੰਦੇ ਇੱਕ ਪਹਿਲਵਾਨ ਬੈਠਾ ਸੀ, ਕਥਾ ਦੀ ਸਮਾਪਤੀ ਹੋਈ ਤੇ ਗਿਆਨੀ ਜੀ ਕਹਿੰਦੇ ਉਹੀ ਪਹਿਲਵਾਨ ਮੇਰੇ ਕਮਰੇ 'ਚ ਬਾਹਾਂ ਚੜਾਉਂਦਾ ਹੋਇਆ, ਐਡੀ ਉਹਦੀ ਬਾਡੀ ਮੇਰੇ ਕਮਰੇ 'ਚ ਆ ਕੇ ਕਹਿੰਦਾ ਗਿਆਨੀ ਜੀ ਮੈਨੂੰ ਤੁਸੀਂ ਮੂਰਖ ਕਿਹਾ। ਤੇ ਉਹ ਅੱਗੋਂ ਕਹਿਣ ਲੱਗੇ ਵੀ ਭਰਾਵਾ ਵੀ ਮੈਂ ਤੇ ਆਮ ਕਥਾ ਕਰਨ ਵਾਲਾ ਇੱਕ ਬਜ਼ੁਰਗ ਹਾਂ ਤੇ ਹੁਣ ਤੇਰੀ ਮੂਰਖਤਾ ਦੀ ਨਿਸ਼ਾਨੀ ਕਹਿੰਦੇ ਬਿਲਕੁਲ ਸਾਹਮਣੇ ਹੈ। ਤੂੰ ਮੈਨੂੰ ਮਾਰਨ ਨੂੰ, ਕੁੱਟਣ ਨੂੰ, ਲੜਨ ਨੂੰ ਮੇਰੇ ਵਾਸਤੇ ਮੇਰੇ ਨਾਲ ਤੂੰ ਆ ਗਿਆ ਹੈ ਤੇ ਮੈਂ ਬਜ਼ੁਰਗ ਭਲਾ ਤੇਰੇ ਨਾਲ ਕੀ ਲੜ ਸਕਦਾ ਹੈ। ਇਸ ਲਈ ਮੂਰਖਤਾ ਦਾ ਪ੍ਰੈਕਟੀਕਲ ਤਾਂ ਤੂੰ ਆਪ ਹੀ ਕਰ ਦਿੱਤਾ ਹੈ ਵੀ ਇਦੋਂ ਵੱਡਾ ਮੂਰਖ ਕਿਹੜਾ ਹੈ। ਭਾਵ ਤੈਨੂੰ ਆਪਣੇ ਤਨ ਸਰੀਰ ਦਾ ਮਾਣ ਸੀ, ਇਸੇ ਲਈ ਤੂੰ ਲੜਨ ਆ ਗਿਆ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਇਸ ਤਨ ਨੂੰ, ਸਰੀਰ ਨੂੰ ਸਾਂਭ ਕੇ ਰੱਖਣਾ ਹੈ, ਵਰਜਿਸ਼ ਕਰਨੀ ਹੈ, ਪ੍ਰੈਕਟਿਸ ਕਰਨੀ ਹੈ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੂੰ ਇਸ ਸਰੀਰ ਦਾ ਇਹ ਨਾ ਮਾਣ ਕਰੇ ਕਿ ਇਸ ਬਾਹੂਬਲ ਦੇ ਨਾਲ ਦੂਜੇ ਨੂੰ ਲਤਾੜਨ ਵਾਸਤੇ ਲੱਗ ਜੇ। ਪਾਤਸ਼ਾਹ ਜੀ ਕਹਿੰਦੇ ਕਰ ਪੂਰ ਪੋਹਪ ਸੁਗੰਧਾ ਪਰਸ ਮਾਨੁਖ ਦੇਹ ਮਲੀਣੰ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ। ਭਾਵ ਇਹ ਬੰਦਿਆ ਤੂੰ ਅਗਿਆਨਤਾ ਦੇ ਵਿੱਚ ਆ ਕੇ ਇਸ ਸਰੀਰ ਦਾ ਤੂੰ ਕੇਵਲ ਮਾਣ ਕਰ ਰਿਹਾ, ਹੰਕਾਰ ਕਰਦਾ, ਤੈਨੂੰ ਸਮਝ ਨਹੀਂ ਇਸ ਸਰੀਰ ਨੇ ਨਾਸ ਹੋ ਜਾਣਾ ਹੈ। ਇਹ ਸ਼ਬਦ ਕਈ ਦਫਾ ਆਪਾਂ ਹੋਰ ਵੀ ਸਾਂਝ ਪਾਈ ਹੈ। ਭਗਤ ਕਬੀਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਭਗਤ ਜੀ ਕਹਿੰਦੇ 4 ਦਿਨ ਆਪਣੀ ਨੌਬਤ ਚਲੇ ਬਜਾਏ ਇਤਨਕ ਖਟੀਆ ਗਠੀਆ ਮਟੀਆ ਸੰਗ ਨ ਕਛ ਲੈ ਜਾਏ ਦੇਰੀ ਬੈਠੀ ਮੇਰੀ ਰੋਵੇ ਦੁਆਰੇ ਲੋ ਸੰਗ ਮਾਏ ਮਰਹਟ ਸਭ ਲੋਗ ਕੁਟੰਬ ਮਿਲ ਹੰਸ ਅਕੇਲਾ ਜਾਏ ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰ ਨ ਦੇਖੇ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਥ ਜਾਏ। ਭਗਤ ਜੀ ਕਹਿੰਦੇ 4 ਦਿਨ ਆਪਣੀ ਨੌਬਤ ਚਲੇ ਬਜਾਏ। ਨੌਬਤ ਕਹਿੰਦੇ ਨੇ ਨਗਾਰੇ ਨੂੰ। ਭਗਤ ਜੀ ਕਹਿੰਦੇ ਬੰਦਾ ਦੁਨੀਆ ਦੇ ਵਿੱਚ ਆਇਆ ਆਪਣੀ ਹਕੂਮਤ ਦਾ ਨਗਾਰਾ ਵਜਾ ਕੇ, ਕੋਈ 5 ਸਾਲ, ਕੋਈ 2 ਸਾਲ, ਕੋਈ 10 ਸਾਲ, ਜਿਵੇਂ ਜਿਵੇਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਵੇਂ ਉਵੇਂ ਉਹ ਆਪਣੇ ਅਗਲੇ ਰਾਜ ਭਾਗ ਨੂੰ ਤਿਆਰ ਕਰਨ ਦੇ ਲਈ ਆ ਤੁਸੀਂ ਵੇਖਿਆ ਹੀ ਹੈ ਵੀ ਜੋ ਹੁਣ ਭਾਰਤ ਦੇ ਵਿੱਚ ਚਾਈਨਾ ਤੇ ਭਾਰਤ ਦਾ ਜੋ ਕੁਝ ਚੱਲ ਰਿਹਾ ਹੈ। ਪਰ ਅਸੀਂ ਕੁਝ ਜਿਹੜੇ ਪੰਜਾਬੀ ਲੋਕ ਹਨ, ਮੈਨੂੰ ਖਿਮਾ ਕਰਿਓ, ਅਸੀਂ ਥੋੜੇ ਜਿਹੇ ਹਵਾ 'ਚ ਬਹੁਤ ਜ਼ਿਆਦਾ ਆਉਂਦੇ ਹਾਂ। ਵੇਖੋ ਇਹਨਾਂ ਲੋਕਾਂ ਨੂੰ ਸਾਡੇ ਕੇਸ਼ਰੀ ਨਿਸ਼ਾਨ ਸਾਹਿਬ ਗੁਰਦੁਆਰਿਆਂ ਉੱਪਰ ਝੂਲਦੇ ਚੰਗੇ ਨਹੀਂ ਲੱਗ ਰਹੇ। ਤੁਸੀਂ ਵੇਖ ਲਓ ਕਿੰਨੇ ਗੁਰਦੁਆਰੇ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਬਾਹਰ ਵੀ, ਗੁਰਦੁਆਰਾ ਡਾਂਗਮਾਰ ਸਾਹਿਬ ਉਹਦਾ ਮਲੀਆ ਮੇਟ ਕਰ ਦਿੱਤਾ ਗਿਆ, ਕੋਈ ਬੋਲਿਆ ਤੱਕ ਨਹੀਂ। ਗਿਆਨ ਗੋਦੜੀ ਗੁਰਦੁਆਰਾ ਕਹਿੰਦੇ ਉਹ ਵੀ ਢਾਹ ਕੇ ਮੰਦਿਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਕੋਈ ਬੋਲਿਆ ਨਹੀਂ। ਉਦੋਂ ਇਹਨਾਂ ਲੋਕਾਂ ਨੂੰ ਗੁਰਦੁਆਰਿਆਂ ਦੇ ਨਿਸ਼ਾਨ ਸਭ ਚੇਤੇ ਯਾਦ ਨਹੀਂ ਆਏ ਤੇ ਜਦੋਂ ਅੱਜ ਚੀਨ ਨੇ ਕਹਿੰਦੇ ਇਹਨਾਂ ਦੇ ਧੌਣ ਦੇ ਉੱਪਰ ਗੋਡਾ ਰੱਖਿਆ, ਇਹਨਾਂ ਨੇ ਸਾਡੇ ਪੰਜਾਬੀ ਸਿੱਖ ਫੌਜੀ ਸਰਦਾਰਾਂ ਨੂੰ ਹੱਲਾਸ਼ੇਰੀ ਦੇ ਕੇ, ਮੈਂ ਕੇਵਲ ਪ੍ਰਮਾਣ ਤੋਂ ਬਾਹਰ ਹੋ ਰਿਹਾ, ਚੱਲਦੇ ਸਮੇਂ ਦੀ ਗੱਲ ਕਰਨੀ ਪਊਗੀ। ਹੁਣ ਉਹਨਾਂ ਗੱਡੀਆਂ ਤੇ ਨਿਸ਼ਾਨ ਸਭ ਲਾ ਕੇ ਸਾਨੂੰ ਅੱਗੇ ਕੀਤਾ ਜਾ ਰਿਹਾ ਹੈ। ਜਦੋਂ ਕੋਈ ਭੀੜ ਪੈਂਦੀ ਹੈ ਦੇਸ਼ ਤੇ ਉਦੋਂ ਮਰ ਲਈ ਸਾਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਪਰ ਜਦੋਂ ਇਹ ਕੌਮ ਆਪਣੇ ਗੁਰੂ ਦੀ ਗੱਲ ਕਰਦੀ ਵੇ, ਸਾਡੇ ਪਾਵਨ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਲੀਆਂ ਦੇ ਵਿੱਚ ਸਾੜ ਦਿੱਤੇ ਗਏ, ਸੁੱਟ ਦਿੱਤੇ ਗਏ, ਰੂੜੀਆਂ ਦੇ ਵਿੱਚ ਅੰਗ ਖਿਲਾਰ ਦਿੱਤੇ ਗਏ, ਉਦੋਂ ਇਹੀ ਸਰਕਾਰ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਦੇ ਵਿੱਚ ਇੱਕ ਲਫ਼ਜ਼, ਇੱਕ ਬਿਆਨ ਵੀ ਇਹ ਦੇਣ ਨੂੰ ਤਿਆਰ ਨਹੀਂ।
ਅਸੀਂ ਇੰਨੇ ਕੁ ਫੁਕਰੇ ਹਾਂ, ਉਹ ਨਿਸ਼ਾਨ ਸਭ ਗੱਡੀਆਂ ਤੇ ਲਾ ਕੇ ਸਾਨੂੰ ਤਾਂ ਅੱਗੇ ਤੋਰਿਆ ਜਾ ਰਿਹਾ ਹੈ, ਤਾਂ ਕਿ ਜਿਹੜਾ ਚੀਨ ਹੈ, ਜਿਹੜੇ ਚਾਈਨੀਜ਼, ਜਿਹੜੀ ਉਧਰਲੀ ਫੌਜ ਹੈ, ਉਹਦੀ ਨਜ਼ਰ ਦੇ ਵਿੱਚ ਅਸੀਂ ਜਿਹੜੇ ਸਿੱਖ ਭਰਾ ਜਿਹੜੇ ਫੌਜੀ ਆ, ਅਸੀਂ ਉਹਨਾਂ ਦੀ ਨਜ਼ਰ ਵਿੱਚ ਇੱਕ ਖੂਨਖਾਰ ਤੇ ਇੱਕ ਅਸੀਂ ਇਹੋ ਜੀ ਕੌਮ ਉਹਨਾਂ ਦੇ ਸਾਹਮਣੇ ਸਾਨੂੰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਇਹ ਤਾਂ ਲੜਨ ਨੂੰ ਤਿਆਰ ਹੀ ਰਹਿੰਦੇ ਨੇ। ਤੇ ਤੁਸੀਂ ਵੇਖ ਲਓ, ਚਾਰੇ ਦੇ ਚਾਰੇ ਨੌਜਵਾਨ, ਕੋਈ 19 ਸਾਲ ਦਾ, ਕੋਈ 21-20 ਸਾਲਾਂ ਦਾ, 4 ਪੁੱਤ ਮੇਰੇ ਖਿਆਲ 'ਚ ਹੋ ਸਕਦਾ ਵੱਧ ਵੀ ਸ਼ਹੀਦ ਹੋ ਗਏ ਹੋਣ। ਉਹ ਸਾਰੇ ਸਿੱਖ ਫੌਜੀ, ਸਿੱਖ ਵੀਰ, ਸਿੱਖ ਭਰਾ ਸ਼ਹੀਦ ਹੋਏ ਨੇ। ਘਰ ਦੇ ਵਿੱਚੋਂ ਤਾਂ ਇੱਕ ਬਜ਼ੁਰਗ ਪਿਓ ਵੀ ਚਲਿਆ ਜਾਵੇ ਨਾ 60-70 ਸਾਲਾਂ ਦਾ, ਉਸ ਪਰਿਵਾਰ ਨੂੰ ਪੁੱਛ ਕੇ ਵੇਖੋ ਤਾਂ ਦਰਦ ਕੀ ਹੁੰਦਾ ਹੈ। ਜਿਸ ਮਾਂ ਦਾ, ਜਿਸ ਭੈਣ ਦਾ ਪਤੀ ਤੇ ਪੁੱਤ ਭਰਾ 4-4 ਜਾਣੇ ਘਰਾਂ ਦੇ ਵਿੱਚੋਂ ਚਲੇ ਗਏ, ਉਸ ਘਰ ਦੇ ਵਿੱਚ ਤਾਂ ਤੁਸੀਂ ਵੇਖ ਰਹੇ ਹੋ ਹਨੇਰਾ ਹੀ ਛਾ ਗਿਆ ਹੋਣਾ। 4 ਕੁ ਦਿਨ ਇਹ ਸਲਾਮੀਆਂ ਦੇਣੀਆਂ, ਨੈਟ ਦੇ ਉੱਪਰ ਲੋਕਾਂ ਨੇ ਲਿਖ ਕੇ ਪਾਉਣਾ ਵੀ ਸਾਡੀ ਫੌਜ ਨੇ ਫੱਟੇ ਚੱਕ ਤੇ, ਪਰ ਖਿਮਾ ਕਰਿਓ ਉਹਨਾਂ ਬਜ਼ੁਰਗਾਂ ਤੇ ਉਹਨਾਂ ਮਾਵਾਂ ਭੈਣਾਂ ਦੀ ਕਿਸੇ ਨੇ ਬਾਅਦ ਵਿੱਚ ਸਾਰ ਨਹੀਂ ਲੈਣੀ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸਾਡੇ ਸਿੱਖ ਭਰਾਵਾਂ ਨੇ, ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ, ਲਗਭਗ 97% ਕੁਰਬਾਨੀਆਂ ਸਾਡੇ ਸਿੱਖ ਭਰਾਵਾਂ ਨੇ ਦਿੱਤੀਆਂ ਨੇ। ਖੈਰ ਇਹ ਤਾਂ ਵਿਚਕਾਰ ਗੱਲ ਆ ਗਈ ਜਿਹਨੂੰ ਮੈਂ ਬੇਨਤੀ ਕਰਨ ਲੱਗਾ ਸੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਗੁਰੂ ਪਿਤਾ ਜੀ ਸਮਝਾ ਰਹੇ ਨੇ ਕਿ ਰਸਨਾ ਗੁਣ ਗੋਪਾਲ ਨਿਤ ਗਾਇਨ ਕਰ ਪੂਰ ਪੋਹਪ ਸੁਗੰਧਾ। ਤੇ ਮੇਰੇ ਸਤਿਗੁਰਾਂ ਨੇ ਅੱਗੇ ਜਾ ਕੇ ਜ਼ਿਕਰ ਕੀਤਾ, ਬੰਦਿਆ ਜੇ ਤੂੰ ਆਪਣੇ ਧੁਰੇ ਨਾਲੋਂ ਟੁੱਟ ਗਿਆ, ਤੇ ਧੁਰਾ ਕੀ ਹੈ ਹੁਣ ਪੜੋ ਬਾਣੀ। ਪਾਤਸ਼ਾਹ ਜੀ ਕਹਿੰਦੇ, ਪੱਤਰ ਪੁਰਜੇਣ ਝੜੀਅੰ ਨਹਿ ਜੜੀਅੰ ਨਹਿ ਪੇੜ ਸੰਪਦਾ, ਨਾਮ ਬਿਹੂਣ ਬਿਖ ਮਤਾ, ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਨੂੰ ਸਾਂਝਾ ਕਰਨ ਤੋਂ ਪਹਿਲੋਂ ਬੇਨਤੀ ਕਰਾਂ, ਪੱਤਰ ਪੁਰਜੇਣ, ਪੱਤਰ ਦੇ ਅਰਥ ਨੇ ਪੱਤੇ, ਪੁਰਜੇਣ ਦੇ ਅਰਥ ਨੇ ਭੁਰਗੇ, ਝੜੀਅੰ ਨਹਿ ਜੜੀਅੰ, ਇੱਕ ਦਰਖਤ ਹੈ ਉਹਦੇ ਨਾਲ ਜਿਹੜੇ ਪੱਤੇ ਲੱਗੇ ਨੇ, ਤੇ ਉਹ ਪੱਤੇ ਜਦੋਂ ਝੜ ਜਾਂਦੇ ਨੇ, ਸੁੱਕ ਜਾਂਦੇ ਨੇ, ਤੇ ਜਦੋਂ ਆਪਾਂ ਉੱਪਰ ਦੀ ਲੰਘਦੇ ਹਾਂ, ਪੈਰ ਰੱਖਦੇ ਹਾਂ, ਤੇ ਉਹ ਕੜਕੜ ਕਰਕੇ ਸਾਰੇ ਭੁਰ ਜਾਂਦੇ ਨੇ। ਪਰ ਜੇ ਕੋਈ ਬੰਦਾ ਕਵੇ ਵੀ ਇਹ ਜਿਹੜੇ ਪੱਤੇ ਦਰਖਤ ਦੇ ਨਾਲੋਂ ਟੁੱਟੇ ਨੇ, ਮੈਂ ਸੁੱਕੇ ਪੱਤਿਆਂ ਨੂੰ ਜਾਂ ਭੁਰੇ ਪੱਤਿਆਂ ਨੂੰ ਦੁਬਾਰਾ ਟਾਹਣੀ ਦੇ ਨਾਲ ਜੋੜਦੇ ਆ, ਤੇ ਬਾਣੀ ਇਸ ਗੱਲ ਦੀ ਗਵਾਹ ਦੇ ਰਹੀ ਹੈ ਵੀ ਕਦੇ ਹੋ ਹੀ ਨਹੀਂ ਸਕਦਾ। ਪੱਤਰ ਪੁਰਜੇਨ ਝੜੀਅੰ ਨਹਿ ਜੜੀਅੰ ਨਹਿ ਪੇੜ ਸੰਪਦਾ, ਸੰਪਦਾ ਦੇ ਅਰਥ ਨੇ ਸੰਪਦੀ। ਉਹ ਪੱਤੇ ਦੁਬਾਰਾ ਮੁੜ ਕੇ ਜਿਹੜੇ ਟੁੱਟ ਗਏ ਨਾ ਟਾਹਣੀ ਨਾਲੋਂ, ਉਹ ਕਦੀ ਟਾਹਣੀ ਨਾਲ ਦੁਬਾਰਾ ਲੱਗ ਨਹੀਂ ਸਕਦੇ। ਇੱਥੋਂ ਤੱਕ ਵੀ ਜਦੋਂ ਹਵਾ ਚੱਲੇਗੀ, ਪੱਤਾ ਆਕਾਸ਼ ਵਿੱਚ ਉੱਡਦਾ, ਉੱਡਦਿਆਂ ਕਿਸੇ ਉਹ ਨਾਲੀ ਵਿੱਚ ਜਾਂ ਕਿਸੇ ਰੇਤੇ ਵਿੱਚ, ਕਿਸੇ ਰੂੜੀ ਤੇ ਜਾ ਡਿੱਗਦਾ ਹੈ। ਜੇ ਲੱਗੇ ਹੋਏ ਪੱਤੇ ਨੂੰ ਕੋਈ ਤੋੜ ਦੇ ਜਾਂ ਟੁੱਟ ਜੇ ਤਾਂ ਉਹ ਮਿੱਟੀ ਵਿੱਚ ਰੁਲ ਜਾਂਦਾ ਹੈ, ਤਾਂ ਉਹ ਕਿਸੇ ਕੰਮ ਨਹੀਂ ਆਉਂਦਾ। ਗੱਲ ਬੰਦਿਆ ਇੱਥੇ ਪੱਤੇ ਦੀ ਨਹੀਂ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੱਲ ਬੰਦਿਆ ਤੇਰੀ ਹੋ ਰਹੀ ਹੈ। ਪੱਤਰ ਪੁਰਜੇਣ ਝੜੀਅੰ ਨਹਿ ਜੜੀਅੰ ਨਹਿ ਪੇੜ ਸੰਪਦਾ, ਨਾਮ ਬਿਹੂਣ ਬਿਖ ਮਤਾ। ਬਿਖ ਮਤਾ ਦੇ ਅਰਥ ਹੁੰਦੇ ਨੇ ਕਠਨ, ਬਹੁਤ ਔਖਾ। ਨਾਮ ਬਿਹੂਣ ਬਿਖ ਮਤਾ, ਨਾਨਕ ਬਹੰਤ। ਬਹੰਤ ਦੇ ਅਰਥ ਨੇ ਅਤੀ ਦੁਖੀ। ਨਾਮ ਬਿਹੂਣ ਬਿਖ ਮਤਾ, ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਜਿਵੇਂ ਪੱਤਾ ਟਾਹਣੀ ਨਾਲੋਂ ਟੁੱਟ ਜਾਏ, ਉਹ ਰੁਲ ਜਾਂਦਾ, ਭੁਰ ਜਾਂਦਾ ਹੈ, ਇਸੇ ਤਰ੍ਹਾਂ ਬੰਦਿਆ ਤੇਰਾ ਜਿਹੜਾ ਧੁਰਾ ਹੈ ਨਾ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ 3 ਰੂਪਾਂ ਦੇ ਵਿੱਚ ਤੱਕਿਆ ਸੀ। 3 ਰੂਪਾਂ ਦੇ ਵਿੱਚ ਜਦੋਂ ਭਾਈ ਲਹਿਣਾ ਜੀ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਜਾਂ ਸਤਿਗੁਰਾਂ ਨੂੰ ਮਿਲਣ ਵਾਸਤੇ ਗਏ, ਤਾਂ ਉਹਨਾਂ ਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹਨਾ ਸਭ ਤੋਂ ਪਹਿਲਾਂ ਕਿਵੇਂ ਲੱਗੀ? ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਸੁਣਿਆ। ਰੋਜ਼ ਬਾਣੀ ਵਿੱਚ ਪੜ੍ਹਦੇ ਹੋ, ਸੁਣਿਆ ਸਿੱਧ ਪੀਰ ਸੁਰਨਾਥ। ਸੁਣ ਦੇ ਅਰਥ ਹੁੰਦੇ ਨੇ ਸਮਝਣਾ। ਜੇ ਤੁਸੀਂ ਸੁਣੋਗੇ ਤੇ ਤਾਂ ਹੀ ਤੁਹਾਨੂੰ ਸਮਝ ਪਏਗੀ। ਹੁਣ ਭਾਈ ਲਹਿਣਾ ਜੀ ਜਦੋਂ ਗੁਰੂ ਬਾਬਾ ਜੀ ਦੇ ਕੋਲ ਪਹੁੰਚੇ ਕਰਤਾਰਪੁਰ ਦੀ ਧਰਤੀ ਤੇ, ਉਹ ਲਾਲਸਾ ਕਿਉਂ ਜਾਗੀ? ਕਿਉਂਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਸੁਣਿਆ। ਸੁਣਿਆ ਕੀ ਸੀ? ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਿਆ ਸੀ। ਰੋਜ਼ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਗੁਰੂ ਪਿਤਾ ਜੀ ਦੇ ਪਾਵਨ ਬਚਨ ਨੇ, ਕਰਨ ਨਾ ਸੁਣੀ ਕਰਨ ਨਾਦ ਮੁੰਦ ਘਾਲਿਆ।
ਕਰਨ ਦੇ ਅਰਥ ਨੇ ਕੰਨ, ਨਾਦ ਦੇ ਅਰਥ ਨੇ ਆਵਾਜ਼ ਸ਼ਬਦ, ਮੁੰਦ ਘਾਲਿਆ ਦੇ ਅਰਥ ਨੇ ਵੀ ਆਹ ਜਿਹੜੇ ਸਾਡੇ ਕੰਨ ਨੇ ਨਾ, ਇਹ ਗੁਰੂ ਦੇ ਸ਼ਬਦ ਦੇ ਵੱਲੋਂ ਆਤਮਿਕ ਤੌਰ ਤੇ ਮੁੰਦੇ ਪਏ ਨੇ, ਭਾਵ ਇਹ ਬੰਦ ਹੋਏ ਪਏ ਨੇ। ਜਦੋਂ ਇਹ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼, ਕੋਈ ਸਿਮਰਨ ਦੀ ਆਵਾਜ਼ ਜਾਂ ਗੁਰੂ ਉਸਤਤ ਦੀ ਆਵਾਜ਼, ਜਾਂ ਜਿੱਥੇ ਚਾਰ ਬੰਦੇ ਕੋਈ ਕੌਮ ਦੀ ਪੰਥ ਦੀ ਗੱਲ ਕਰਦੇ ਹੋਣ ਨਾ, ਤਾਂ ਬੰਦਾ ਉੱਥੇ ਖੜਨ ਨੂੰ ਤਿਆਰ ਨਹੀਂ, ਗਾਂਹ ਤੁਰ ਜਾਂਦਾ ਹੈ। ਪਰ ਜਿੱਥੇ ਕੁਝ ਕੁਕਰਮ ਦੀਆਂ ਗੱਲਾਂ ਚੱਲਦੀਆਂ ਨੇ, ਕਿਸੇ ਦੀ ਨਿੰਦਿਆ ਚੱਲ ਰਹੀ ਹੈ, ਕਿਸੇ ਦੇ ਉੱਪਰ ਦੂਸ਼ਣਬਾਜ਼ੀ ਹੋ ਰਹੀ ਹੈ, ਤੇ ਫਿਰ ਖਰਗੋਸ਼ ਵਾਂਗੂ ਇਹ ਦੋਵੇਂ ਕੰਨ ਚੱਕ ਲੈਂਦਾ, ਕਹਿੰਦਾ ਦੁਬਾਰੇ ਦੱਸੀ ਕੀ ਹੋਇਆ ਸੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਰਨ ਨਾ ਸੁਣੀ ਕਰਨ ਨਾਦ ਮੁੰਦ ਘਾਲਿਆ, ਕਹਿੰਦੇ ਗੁਰੂ ਦੀ ਉਸਤਤ ਵੱਲੋਂ ਇਹ ਕੰਨ ਬਿਲਕੁਲ ਬੰਦ ਹੋਏ ਪਏ ਨੇ। ਕਰਨ ਨਾ ਸੁਣੀ ਕਰਨ ਨਾਦ ਮੁੰਦ ਘਾਲਿਆ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਨੈਣ ਅੱਖਾਂ, ਇਹਨਾਂ ਅੱਖਾਂ ਦੇ ਨਾਲ, ਸਾਧ ਦੇ ਅਰਥ ਨੇ ਗੁਰੂ, ਗੁਰੂ ਤੋਂ ਵਰਸਾਏ ਹੋਏ ਜਿਹੜੇ ਤੁਹਾਡੇ ਵਰਗੇ ਸਤਸੰਗੀ ਨੇ, ਕਹਿੰਦੇ ਇਹਨਾਂ ਅੱਖਾਂ ਦੇ ਨਾਲ ਉਹਨਾਂ ਗੁਰਮੁਖਾਂ ਦੇ ਵੀ ਇਹ ਦਰਸ਼ਨ ਕਰਨ ਨੂੰ ਤਿਆਰ ਨਹੀਂ। ਇਹ ਆਤਮਿਕ ਰੂਪ ਅੱਖਾਂ ਦੇ ਨਾਲ, ਆਪਣੀ ਸੁਰਤ ਦੀਆਂ ਅੱਖਾਂ ਦੇ ਨਾਲ ਗੁਰੂ ਦੇ ਸ਼ਬਦ ਨੂੰ ਵੀ ਇਹ ਸਮਝਣ ਨੂੰ ਤਿਆਰ ਨਹੀਂ ਹੈ। ਤੇ ਜਦੋਂ ਭਾਈ ਲਹਿਣੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਸੁਣੀ ਸੀ ਨਾ, ਤੇ ਭਾਈ ਲਹਿਣਾ ਚੱਲ ਪਿਆ। ਇਹ ਪਹਿਲੇ ਦਰਸ਼ਨ ਸਨ, ਗੁਰੂ ਨੂੰ ਸੁਣਨਾ ਇਹ ਪਹਿਲੇ ਦਰਸ਼ਨ ਨੇ। ਰੋਜ਼ ਤੁਸੀਂ ਪੜ੍ਹਦੇ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ, ਸਤਿਗੁਰਾਂ ਨੇ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਨਾ, ਉਹਦੀ ਉਸਤਤ ਤੁਸੀਂ ਜਦੋਂ ਸੁਣੋਗੇ ਤਾਂ ਉਹਦੇ ਵੱਲ ਚੱਲੋਗੇ, ਪਰ ਜਦੋਂ ਅੰਦਰੂਨੀ ਤੌਰ ਤੇ ਸੁਣੋਗੇ। ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਰੋਜ਼ ਬਚਨ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਨਾ, ਉਹ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ ਭਾਈ ਲਹਿਣਾ। ਗੁਰੂ ਨਾਨਕ ਜੀ ਨੇ ਸੁਣਿਆ, ਜੇ ਉਹਨੇ ਸੁਣਿਆ ਸੀ ਨਾ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ, ਤਾਂ ਹੀ ਭਾਈ ਲਹਿਣਾ ਚੱਲਿਆ ਸੀ। ਤੇ ਜੇ ਭਾਈ ਲਹਿਣੇ ਨੇ ਸੁਣਿਆ ਨਾ ਹੁੰਦਾ, ਜਦੋਂ ਤੁਸੀਂ ਕਿਸੇ ਬਾਰੇ ਸੁਣ ਲੈਂਦੇ ਹੋ, ਉਹਨੂੰ ਮਿਲਣ ਦੀ, ਉਹਨੂੰ ਵੇਖਣ ਦੀ, ਉਹਦੇ ਨਾਲ ਗੱਲਬਾਤ ਕਰਨ ਦੀ ਤੁਹਾਡੀ ਚਾਹਨਾ ਹੁੰਦੀ ਵੀ ਇਸ ਬੰਦੇ ਬਾਰੇ ਸੁਣਿਆ ਬੜਾ ਹੈ। ਹੁਣ ਜਿਵੇਂ ਕਈਆਂ ਨੇ ਗਾਉਣ ਵਾਲਿਆਂ ਨੂੰ ਜਦੋਂ ਉਹ ਗੀਤ ਰਾਹੀਂ ਸੁਣਦੇ ਨੇ, ਤਾਂ ਸਭ ਦੀ ਇੱਛਾ ਹੋਵੇ ਵੀ ਜਦੋਂ ਉਹ ਅਮਰੀਕਾ ਆਵੇ ਤਾਂ ਉਹਨੂੰ ਵੇਖੀਏ ਵੀ, ਉਹਦੇ ਨਾਲ ਫੋਟੋਆਂ ਵੀ ਖਿਚਾਈਏ। ਇਹ ਹਕੀਕਤ ਹੈ। ਜਦੋਂ ਤੁਸੀਂ ਕਿਸੇ ਗੁਰਮੁਖ ਬਾਰੇ, ਕਿਸੇ ਵਿਦਵਾਨ ਬਾਰੇ ਉਹਦੀਆਂ ਸੀਡੀਆਂ ਜਾਂ ਉਹਦੀ ਕਥਾ ਤੁਸੀਂ ਨੈੱਟ ਤੇ ਸੁਣੀ ਹੋਵੇਗੀ, ਤੇ ਫਿਰ ਹੁਣ ਤੁਹਾਡੀ ਇਹ ਇੱਛਾ ਹੋਵੇਗੀ ਵੀ ਜਦੋਂ ਸਾਡੇ ਗੁਰਦੁਆਰਾ ਸਾਹਿਬ ਆਵੇ ਵੀ ਨਾਲੇ ਸੁਣੀਏ ਤੇ ਨਾਲੇ ਜਾ ਕੇ ਵੇਖੀਏ ਵੀ, ਕਿਉਂਕਿ ਜਦੋਂ ਸੁਣਦੇ ਆ ਫਿਰ ਵੇਖਣ ਦੀ ਇੱਛਾ ਪੈਦਾ ਹੁੰਦੀ ਹੈ। ਪਾਤਸ਼ਾਹ ਨੇ ਜ਼ਿਕਰ ਕੀਤਾ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਦਰਸ਼ਨ ਕੀਤੇ। ਭਾਈ ਲਹਿਣੇ ਨੇ ਪਹਿਲਾਂ ਸੁਣਿਆ, ਇਹ ਪਹਿਲੇ ਦਰਸ਼ਨ ਸਨ ਸ਼ਬਦ ਰਾਹੀਂ। ਤੇ ਜਦੋਂ ਭਾਈ ਲਹਿਣਾ ਜੀ ਕਰਤਾਰਪੁਰ ਦੀ ਧਰਤੀ ਤੇ ਗਏ, ਰਸਤੇ ਦੇ ਵਿੱਚ ਪੁੱਛਦੇ ਨੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਤੇ ਜਿਹਨੂੰ ਪੁੱਛ ਰਹੇ ਨੇ ਉਹੀ ਗੁਰੂ ਨਾਨਕ ਸਾਹਿਬ ਹੈ। ਪਰ ਕਹਿੰਦੇ ਇਹ ਦੂਰੀ ਵੀ ਕਿੰਨੀ ਮਜਬੂਰੀ ਬਣ ਜਾਂਦੀ ਹੈ। ਕਈ ਦਫਾ ਬੰਦਾ ਕਿਸੇ ਦੇ ਬਿਲਕੁਲ ਕੋਲ ਖਲੋਤਾ ਹੁੰਦਾ, ਉਹਨੂੰ ਪਤਾ ਨਹੀਂ ਵੀ ਇਹੀ ਬੰਦਾ ਹੈ, ਕਿਉਂਕਿ ਜਿੰਨਾ ਚਿਰ ਤੁਸੀਂ ਉਹਦੀ ਗੱਲਬਾਤ ਸੁਣੀ ਨਹੀਂ, ਜਿੰਨਾ ਚਿਰ ਤੁਹਾਨੂੰ ਪਤਾ ਨਹੀਂ, ਤੇ ਤੁਸੀਂ ਉਹਨੂੰ ਪਹਿਚਾਣੋਗੇ ਕਿਦਾਂ? ਉਹ ਤੁਹਾਡੇ ਲਈ ਇੱਕ ਅਜਨਬੀ ਹੋਏਗਾ। ਹੁਣ ਭਾਈ ਲਹਿਣਾ ਜੀ ਜਿਸ ਨੂੰ ਪੁੱਛਦੇ ਆ ਨਾ ਵੀ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਤੇ ਉਹੀ ਗੁਰੂ ਨਾਨਕ ਨੇ, ਪਰ ਕਹਿੰਦੇ ਪਤਾ ਨਹੀਂ ਇਹ ਸਰੀਰਕ ਦਰਸ਼ਨ ਨੇ ਅਜੇ। ਪਹਿਲਾਂ ਸ਼ਬਦ ਦੇ ਦਰਸ਼ਨ, ਗੁਰੂ ਘਰ ਵਿੱਚ ਸਭ ਤੋਂ ਪਹਿਲੀ ਗੱਲ ਹੈ ਸ਼ਬਦ ਦੇ ਦਰਸ਼ਨ। ਸ਼ਬਦ ਦੇ ਦਰਸ਼ਨ, ਜਿਹੜੇ ਦੂਜੇ ਦਰਸ਼ਨ ਸੀ ਨਾ, ਜਦੋਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਪਰ ਪਤਾ ਨਹੀਂ ਵੀ ਇਹ ਗੁਰੂ ਨਾਨਕ ਹੈ, ਤੇ ਉਹ ਦਰਸ਼ਨ ਨੇ ਸੇਵਾ ਦੇ ਦਰਸ਼ਨ। ਤੇ ਜਦੋਂ ਭਾਈ ਲਹਿਣਾ ਜੀ ਅੱਗੇ ਜਾ ਕੇ ਵੇਖਦੇ ਨੇ, ਸਿੰਘਾਸਣ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੈਠੇ ਨੇ, ਤੇ ਭਾਈ ਲਹਿਣਾ ਵੇਖ ਕੇ ਹੈਰਾਨ ਹੋ ਗਿਆ ਕਿ ਜਿਸ ਗੁਰੂ ਨਾਨਕ ਦੇ ਬਾਰੇ ਮੈਂ ਸੁਣਦਾ ਸਾਂ, ਸੁਣਿਆ ਪਹਿਲਾਂ ਸ਼ਬਦ ਰੂਪ ਦੇ ਵਿੱਚ, ਦੂਜੀ ਰੂਪ ਦੇ ਵਿੱਚ ਮੈਂ ਸੇਵਾ ਦੇ ਰੂਪ ਦੇ ਵਿੱਚ ਦੇਖਿਆ, ਪਰ ਕਹਿੰਦੇ ਅੱਜ ਮੈਂ ਜਿਹੜੇ ਦਰਸ਼ਨ ਕਰ ਰਹੇ ਨੇ ਤੀਜੇ ਰੂਪ ਦੇ ਵਿੱਚ, ਉਹ ਗੁਰੂ ਮੇਰੇ ਸਾਹਮਣੇ ਤਖਤ ਤੇ ਬੈਠਾ ਹੈ। ਇਹ ਸੱਚ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਸਭ ਤੋਂ ਪਹਿਲਾਂ ਸੁਣਨਾ ਪਏਗਾ, ਦੂਜੀ ਗੱਲ ਫਿਰ ਸੇਵਾ ਕਰਨੀ ਪਏਗੀ, ਤੇ ਤੀਜੀ ਗੱਲ ਜੇ ਸਾਖਸ਼ਤ ਰੂਪ ਦੇ ਵਿੱਚ ਵੇਖਣਾ ਹੈ ਨਾ, ਉਹ ਫਿਰ ਤੁਸੀਂ ਤੀਜੇ ਰੂਪ ਵਿੱਚ ਬਾਅਦ ਵਿੱਚ ਵੇਖ ਸਕਦੇ ਹੋ।
ਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਵੀ ਗੁਰਤਾ ਗੱਦੀ ਦੇ ਉੱਪਰ ਕਿਸੇ ਨੂੰ ਬਿਠਾਇਆ ਗਿਆ, ਸਭ ਤੋਂ ਪਹਿਲਾਂ ਉਹਦੀ ਪਹਿਚਾਣ ਕੀਤੀ ਗਈ, ਉਹਦੀ ਯੋਗਤਾ ਵੇਖੀ ਗਈ। ਅੱਜ ਵੀ ਕਿਸੇ ਵੀ ਮੁਲਕ ਚੱਲ ਜਾਓ, ਚਲੋ ਪੰਜਾਬ ਦੀ ਗੱਲ ਤੇ ਛੱਡੋ, ਹਿੰਦੁਸਤਾਨ ਦੀ, ਇਸ ਮੁਲਕ ਵਿੱਚ ਤੁਸੀਂ ਕੋਈ ਵੀ ਨੌਕਰੀ, ਕੋਈ ਜੌਬ ਕਰਨੀ ਹੈ, ਪਹਿਲਾਂ ਵੇਖੋ ਉਹ ਤੁਹਾਡੀ ਯੋਗਤਾ ਵੇਖਣਗੇ। ਤੁਹਾਡੇ ਤੋਂ ਉਹ ਬਕਾਇਦਾ ਫਾਰਮ ਵਗੈਰਾ ਭਰਾਉਣਗੇ, ਯੋਗਤਾ ਲਿਖੋਗੇ, ਫਿਰ ਤੁਹਾਨੂੰ ਨੌਕਰੀ ਮਿਲੇਗੀ। ਤੇ ਜਿਸ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਦਾਖਲਾ ਲੈਣਾ ਹੈ, ਜਿਹਨੇ ਸਿੰਘਾਸਨ ਤੇ ਬਹਿਣਾ, ਕੀ ਉਹਨੂੰ ਉਂਝ ਹੀ ਕੰਨੋਂ ਪਕੜਾ ਕੇ ਬਿਠਾ ਦੇਣ ਕਿ ਚੱਲ ਤੂੰ ਗੁਰੂ ਬਣ ਜਾ? ਨਹੀਂ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਪੁੱਤਰ ਸ੍ਰੀ ਚੰਦ ਵੀ ਹੈ, ਲਖਮੀ ਦਾਸ ਵੀ ਹੈ, ਹੋਰ ਵੀ ਰਿਸ਼ਤੇਦਾਰ ਨੇ, ਭੈਣ ਨਾਨਕੀ ਦਾ ਪਤੀ ਭਾਈ ਜੈ ਰਾਮ ਵੀ ਹੈ, ਉਹਨੂੰ ਵੀ ਤੇ ਗੁਰਤਾ ਗੱਦੀ ਦੇ ਸਕਦੇ ਸਨ। ਪਰ ਨਹੀਂ, ਮੇਰੇ ਸਤਿਗੁਰਾਂ ਨੇ ਯੋਗਤਾ ਵੇਖੀ ਵੀ ਇਸ ਯੋਗਤਾ, ਜੇ ਕਿਸੇ ਕੋਲ ਯੋਗਤਾ ਹੈ ਤਾਂ ਉਹ ਯੋਗਤਾ ਸੀ ਭਾਈ ਲਹਿਣੇ ਕੋਲ, ਕਿਉਂਕਿ ਭਾਈ ਲਹਿਣੇ ਨੇ ਪਹਿਲਾਂ ਸੁਣਿਆ, ਫਿਰ ਉਹਨੇ ਸੇਵਾ ਕੀਤੀ, ਤੇ ਫਿਰ ਜਦੋਂ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਦਰਸ਼ਨ ਕੀਤੇ, ਕਿਉਂਕਿ ਗੁਰੂ ਦਾ ਕੰਮ ਹੈ, ਪਹਿਲਾਂ ਗੁਰੂ ਦਾ ਕੰਮ ਹੈ ਸਮਝਾਉਣਾ, ਤੇ ਜਿਹੜਾ ਗੁਰੂ ਸਮਝਾਉਂਦਾ ਫਿਰ ਗੁਰੂ ਦਾ ਕੰਮ ਹੈ ਪਹੁੰਚਾਉਣਾ। ਜਿਹੜਾ ਗੁਰੂ ਸਮਝਾ ਰਿਹਾ ਨਾ, ਤੇ ਪਹੁੰਚਾਉਣਾ ਵੀ ਉਸੇ ਗੁਰੂ ਨੇ ਹੈ। ਜਿਹੜਾ ਸਰਦਾਰ ਲਫ਼ਜ਼ ਹੈ ਨਾ, ਸਰਦਾਰ ਇਹ ਕੋਈ ਐਵੇਂ ਨਹੀਂ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਫਿਰ ਪਤਾ ਚੱਲਦਾ ਹੈ ਸਰਦਾਰ ਦੇ ਵਿੱਚੋਂ ਕਿਰਦਾਰ ਨਿਕਲਿਆ, ਤੇ ਜਿਹਦਾ ਕਿਰਦਾਰ ਉੱਚਾ ਉਸੇ ਨੂੰ ਸਰਦਾਰ ਆਖਿਆ ਜਾਂਦਾ ਹੈ। ਇਹ ਕੋਈ 5 ਜਾਂ 7 ਮੀਟਰ ਦੀ ਪਗੜੀ ਜਾਂ ਕੱਪੜਾ ਨਹੀਂ। ਆਪਾਂ ਕਹਿੰਦੇ ਮੈਂ ਦਸਤਾਰ ਸਜਾ ਰਿਹਾ, ਮੈਂ ਪੱਗ ਬੰਨ੍ਹ ਰਿਹਾ, ਕਹਿੰਦੇ ਤੂੰ ਪੱਗ ਦੇ ਕੋਲੇ ਨਹੀਂ ਜਾਂਦਾ, ਕਹਿੰਦੇ ਪੱਗ ਖੁਦ ਤੇਰੇ ਕੋਲ ਚੱਲ ਕੇ ਆਉਂਦੀ ਹੈ ਕਿ ਮੈਨੂੰ ਕੋਈ ਸੀਸ ਮਿਲੇ ਤੇ ਮੈਂ ਉਹਦੇ ਸਿਰ ਦੇ ਉੱਪਰ ਸੁਭਾਈਮਾਨ ਹੋਵਾਂ। ਜੇ ਇਹਦਾ ਆਪਾਂ ਅਧਿਆਤਮਕ ਜੇ ਦਰਸ਼ਨ ਕਰੀਏ, ਜੇ ਅਰਥ ਕਰੀਏ, ਖੈਰ ਭਗਤ ਕਬੀਰ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਸੀ, ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਇੰਨ ਬਿਨ ਮਿਲਦਾ ਹੈ ਕਿ ਬੰਦਾ ਸਰੀਰ ਦਾ ਮਾਣ ਕਰਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ 4 ਦਿਨ ਆਪਣੀ ਨੌਬਤ ਚੱਲੇ ਬਜਾਏ। ਤੇ ਜਦੋਂ ਆਪਾਂ 6ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ ਨਾ, 2 ਤਲਵਾਰਾਂ ਬੱਧੀਆਂ, ਪਹਿਨੀਆਂ ਨਹੀਂ ਬੱਧੀਆਂ, ਕਿਉਂਕਿ ਪਹਿਨਣਾ ਹੋਰ ਗੱਲ ਹੈ, ਬੱਧੀਆਂ ਹੋਰ ਗੱਲ ਹੈ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਬੱਧੀਆਂ ਤੋਂ ਭਾਵ ਹੈ, ਸਤਿਗੁਰੂ ਜੀ ਕਹਿੰਦੇ ਮੈਂ ਅੱਜ ਇਸ ਪੰਥ ਨੂੰ ਬੱਧ ਕੇ ਬੰਨ ਕੇ, ਬੰਨਣ ਦੇ ਅਰਥ ਨੇ ਇਸ ਪੰਥ ਨੂੰ ਮੈਂ ਇਕੱਠਿਆਂ ਕਰਕੇ ਚੱਲਿਆ, ਇਸ ਪੰਥ ਨੂੰ। ਇਸ ਲਈ 2 ਤਲਵਾਰਾਂ ਇਕੱਠੀਆਂ ਕਰਨ ਤੋਂ ਭਾਵ ਇਹ ਸੀ। ਕਿਤੇ ਸਮਾਂ ਸੀ, ਤੁਸੀਂ ਵੇਖੋ, ਜੇ ਮੱਸੇ ਰੰਗੜ ਨੇ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਉਸ ਸਮੇਂ ਅਕਾਲ ਤਖਤ ਨੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਤਿਆਰ ਕਰ ਲਏ ਸੀ। ਇਤਿਹਾਸ ਤੁਸੀਂ ਪੜ੍ਹ ਕੇ ਦੇਖੋ। ਜੇ ਮੱਸੇ ਰੰਗੜ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਉਸ ਸਮੇਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਤਿਆਰ ਹੋ ਗਏ ਸਨ। ਤੇ ਜੇ ਵੇਖੋ ਅਬਦਾਲੀ ਵਰਗੇ ਨੇ, ਨਾਦਰ ਸ਼ਾਹ ਵਰਗਿਆਂ ਨੇ ਹਰਿਮੰਦਰ ਸਾਹਿਬ ਦੀ ਜਾਂ ਸਰੋਵਰ ਨੂੰ ਪੂਰਨ ਦੀ ਕੋਸ਼ਿਸ਼ ਕੀਤੀ, ਪੂਰ ਵੀ ਦਿੱਤਾ ਗਿਆ। ਉਦੋਂ ਇਸ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਵਰਗਿਆਂ ਨੂੰ ਤਿਆਰ ਕਰ ਲਿਆ ਸੀ। ਜਦੋਂ ਇਸ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਨੂੰ ਢਾਇਆ ਗਿਆ, ਨਾਸਤੋ ਨਾਬੂਦ ਕੀਤਾ ਗਿਆ, ਉਸ ਤੋਂ ਪਹਿਲਾਂ ਇਸ ਅਕਾਲ ਤਖਤ ਸਾਹਿਬ ਨੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਜੀ ਤਿਆਰ ਕਰ ਲਏ ਸਨ। ਤੇ ਸਿੱਖੋ, ਅੱਜ ਉਸ ਅਕਾਲ ਤਖਤ ਸਾਹਿਬ ਤੋਂ ਕੋਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਸਤਵੰਤ ਸਿੰਘ ਤੇ ਬੇਅੰਤ ਸਿੰਘ ਤਿਆਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਸਾਡਾ ਅਕਾਲ ਤਖਤ ਸਾਹਿਬ ਹੁਣ ਉਹ ਸ਼੍ਰੀ ਹਰਿਮੰਦਰ ਸਾਹਿਬ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਧੀਨ ਨਹੀਂ। ਉਹ ਹੁਣ ਇੰਜ ਕਹਿ ਲੋ, ਉਹ ਲੀਡਰਾਂ ਦੇ ਅਧੀਨ ਹੈ, ਉਹ ਸਰਕਾਰਾਂ ਦੇ ਅਧੀਨ ਹੈ। ਤਾਂ ਹੀ ਤੇ ਉਥੋਂ ਸਤਵੰਤ ਸਿੰਘ ਤੇ ਬੇਅੰਤ ਸਿੰਘ, ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਉਥੋਂ ਪੈਦਾ ਤਾਂ ਹੀ ਨਹੀਂ ਹੋ ਰਹੇ ਕਿਉਂਕਿ ਜਿਹੜੀ ਕੌਮ ਦੀ એનર્ਜੀ ਹੈ, ਜਿਹੜਾ ਕੌਮ ਦਾ ਬਾਹੂਬਲ ਹੈ, ਵੀ ਉਹ ਅਕਾਲ ਤਖਤ ਸਾਹਿਬ ਤੋਂ ਪੈਦਾ ਹੁੰਦਾ ਹੈ। ਇਸ ਲਈ ਅਕਾਲ ਤਖਤ ਸਾਹਿਬ ਦੇ ਉੱਪਰ ਉਹ ਲੋਕ ਕਾਬਜ ਹੋ ਗਏ ਨੇ ਜਿਹੜੇ ਲੋਕ ਸਾਡੇ ਕੌਮ ਤੇ ਸਾਡੇ ਨੌਜਵਾਨਾਂ ਨੂੰ ਉੱਤੇ ਨਾ ਚੁੱਕਣ, ਸਗੋਂ ਉਹ ਥੱਲੇ ਹੀ ਦਬਦਬਾ ਪਾਉਣ। ਇਹ ਹੁਣ ਵਿਸ਼ਾ ਤੇ ਬਹੁਤ ਔਖਾ ਹੈ, ਮੈਨੂੰ ਸੁਣਾਉਣਾ ਵੀ ਔਖਾ, ਤੁਸੀਂ ਤੇ ਹੋ ਸਕਦਾ ਸੁਣ ਲਓ, ਫਿਰ ਮੈਂ ਵੀ ਦੇਖਣਾ ਹੁੰਦਾ ਹੈ, ਪੱਗ ਮੈਂ ਵੀ ਆਪਣੀ ਬਚਾਉਣੀ ਹੁੰਦੀ ਹੈ। ਲੋਕ ਸੁਣ ਕੇ ਚਲੇ ਜਾਂਦੇ ਨੇ ਤੇ ਫਿਰ ਇੱਕ ਗ੍ਰਸਤੀ ਹੋਣ ਦੇ ਨਾਤੇ ਬੜਾ ਕੁਝ ਸਮੇਂ ਦੇ ਮੁਤਾਬਕ ਤੱਕਣਾ ਪੈਂਦਾ ਹੈ। ਇਹ ਤਾਂ ਕੇਵਲ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਨੇ ਕੰਨ ਤੋਂ ਪਕੜ ਕੇ ਬਾਬਰ ਨੂੰ ਕਲਾਮੇ ਤੋਂ ਫੜ ਕੇ
गल दे वल उंगल करके नक वल उंगल करके आख्या राजे शी मुकदम कुत्ते जाए जगाएन बैठे सुते। जे बाबर वर्गियां नूं कुत्ते आख्या तो वह एक मर्द गुरु नानक साहब कह सकता है। मेरे वर्गा तो केवल फर्जी तौर पर तुहानूं कथा सुना देगा। पातशाह कहते 4 दिन अपनी नौबत चले बजाए इतनक गठिया गठिया मटिया संग ना कछ न जाए। इत्थे लोक आए राजे महाराजे 4 दिन अपनी हुकूमत के नगारे बजा के राज भाग करके कहते इस दुनिया तो चले गए। 4 दिन अपनी नौबत चले बजाए इतनक खटिया गठिया मटिया इन्नी क माया कट्ठी कर ली। जो बाणी पढ़ोगे ना मेरे सतगुरां ने माया नूं त्यागण दा माया नूं छड्डण दा किते जिक्र नहीं कीता, माया दा मोह त्यागण दा जिक्र कीता। जो तुसी बाणी पढ़ोगे राम सिमर यह तेरा काज है माया को संग त्याग जगत सुख मान मिथ्या झूठो सब साज है। संग दे अर्थ ने मोह। तू माया नहीं त्यागनी, माया दा मोह त्याग देना है, क्योंकि जे तू माया दे मोह विच इन्ना क उलझ गया फिर तू किसी भी रिश्ते नूं पहचान नहीं सकेगा। क्योंकि अज बंदा माया दे मोह विच इन्ना क उलझ गया है, इन्हें सारे रिश्तियां नूं तार तार कर दिता है। अज मेरियां विआहियां बच्चियां धीयां जिहड़ियां सुहागवंतियां ने ते उन्हां दे उपर जिहड़ा जुल्म अत्याचार हुंदा है ये माया दे मोह करके हुंदा है। सतगुरु जी कहंदे माया गुजरान है, ये माया तां गुजारे वास्ते है, पर कहंदे इस माया दा मोह त्याग माया त्यागण दी लोड़ नहीं। जो इतिहास पढ़ते हैं मेरे गुरु साहिबान ने तां माया एकत्र करन दे वास्ते अपने सेवकां नूं मसंद प्रणाली शुरू कीती। ते जदों वो मसंद माया इकट्ठी करके गुरु साहब के स्थानां वास्ते लियाउंदे सन, पर जदों उन्होंने बहुती माया वेखी तां फिर उन्होंने उस माया के मोह विच इन्ने क उलझ गए कि जिहड़ियां पालकियां जिहड़े शस्त्र बस्त्र गुरु के दर दे वास्ते लियाते सन उन्हां दे विच भी वो मिलावट कर लैंदे सन। चेतो मसंद वर्गे कदी इतिहास पढ़ के वेखो, जो सतगुरां ने आख्या सी भी सोहनी पालकी बना के लियाओ आनंदपुर साहब दे वास्ते, तो उहदे विच जे 10 तोले सोना लगना सी तो 10 दे विचों उन्होंने 2 तोले सोना लाया, बाकी उहदे विच पित्तल ते चांदी फिट कर दी। 8 तोले माँ दे पुत आप ही खा गए। ते जानी जान सतगुरां ने फिर उन्हां मसंदां नूं भी सजावां दित्तियां जिन्हां ने गुरु घर दे पैसे दे उपर इंज कलो ऐश प्रस्ती करन दी कोशिश की। सतगुरां ने सौदा भी लाया। जिहड़ी मैं बेनती कर रहा सां कि 4 दिन अपनी नौबत चले बजाए इतनक खटिया गठिया इन्नी कमाया कमाली। गठिया उहदियां गंढां उहदियां पंडां बन लियां, वो मट्टी दे विच पा के भाव धरती दे विच दब दित्तियां गईयां। इतनक खटिया गठिया मटिया संग ना कछ ले जाए। मेरे सतगुरु जी कहंदे नाल तू कुछ भी नहीं लैके जाना। इस शब्द दे विच भगत कबीर साहब जी ने बड़ा एक अचरज नज़ारा पेश किया है। कहंदे देरी बैठी मेरी रोवै। देरी दे अर्थ ने दहलीज, मेरी दे अर्थ ने भाव घर वाली। देरी बैठी मेरी रोवै दुबारे लौ संगमाए। एक वार्तालाप कराई है। कहंदे एक मां दा नौजवान पुत्र चढ़ाई कर गया ते एक पत्नी दा पति चढ़ाई कर गया। वेखो बंदा एक है, जिउंदे बंदे दे नाल किन्ने रिश्ते जुड़े हुए ने। मान लो वो किसी का पति भी है, किसी का भरा भी है, किसी का पुत्र भी है, किसी का चाचा ताया मामा भी है। बंदा एक है, किन्ने उहदे नाल रिश्ते जुड़े ने, पर कहंदे जदों उहदी मौत उहदी डैथ हो जाती है तो सारे रिश्ते नाल दी नाल टुट जाते हैं। हुण कहंदे जदों उस नौजवान की मौत होई ना तो जिहड़ी घर वाली है वो दरवाजे ते बैठी है, भुब्बा मार के उच्ची उच्ची धाहां मारदी पई है। ते भगत कबीर साहब जी ने जे कोई नक्शा खिंचिया होवेगा ते तां ही बाणी विच जिक्र कीता है। कहंदे देहरी बैठी मेहरी रोवे दुबारे लो संगमाए। कहंदे उच्ची उच्ची धाहां मारदी है बेचारी, अपना आप उहनूं भुल चुकिया है। ते जदों उस अर्थी नूं चुकिया शमशान भूमि शमशान घाट सिवियां विच लिजाण दे वास्ते फिर भी एक मां है। ते अज जिस तरह भाई साहब ने बोलिया सी सैकटरी साहब ने कि अज जिहड़ा आपां दिन मना रहे हाँ फादर डे,
ਵੇਖੋ ਤਰਜੀਹ ਬਹੁਤ ਦਿੱਤੀ ਜਾਂਦੀ ਹੈ, ਮਾਂ ਨੂੰ ਦੇਣੀ ਚਾਹੀਦੀ ਹੈ। ਚਲੋ ਹੁਣ ਵਿਸ਼ਾ ਮੈਨੂੰ ਚੇਤੇ ਆ ਗਿਆ, ਮੈਂ ਆਰੰਭ ਵਿੱਚ ਵੀ ਸੋਚਿਆ ਸੀ ਵੀ ਕੁਝ ਬੋਲਾਂਗਾ ਇਹਦੇ ਬਾਰੇ। ਮਾਂ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ, ਦੇਣੀ ਚਾਹੀਦੀ ਹੈ। ਪਹਿਲਾਂ ਸਮਿਆਂ ਦੇ ਵਿੱਚ ਕੁਝ ਕੁ ਗਾਇਕਾਂ ਨੇ ਕਈ ਬੜੇ ਸੋਹਣੇ ਗੀਤ ਵੀ ਗਾਏ ਵੀ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ। ਅੱਜ ਵੀ ਬੰਦਾ ਸੁਣਦਾ ਤੇ ਮਨ ਭਰ ਜਾਂਦਾ ਹੈ। ਬੜੇ ਇਦਾਂ ਦੇ ਗਾਇਕ ਸਨ ਜਿਨ੍ਹਾਂ ਨੇ ਸਮਾਜ ਨੂੰ ਬੜਾ ਸੋਹਣਾ ਕੁਝ ਦਿੱਤਾ ਹੈ। ਉਹ ਇਸੇ ਕਰਕੇ ਉਹਨੇ ਇਹ ਵੀ ਦੱਸਿਆ ਸੀ ਵੀ ਮੇਰੀ ਮਾਂ ਮਰ ਗਈ ਸੀ ਤਾਂ ਮੇਰੇ ਅੰਦਰੋਂ ਇਹ ਬੋਲ ਨਿਕਲੇ ਸਨ। ਮੈਂ ਖੈਰ ਜਿਹੜੀ ਬੇਨਤੀ ਕਰਨ ਲੱਗਾ, ਕਹਿੰਦੇ ਮਾਂ ਦੀ ਵੀ ਬਹੁਤ ਦੇਣ ਹੈ, ਪਰ ਜਦੋਂ ਕੋਈ ਵੀ ਦੁੱਖ ਆਉਂਦਾ ਹੈ, ਕੋਈ ਵੀ ਘੜੀ ਆਉਂਦੀ ਹੈ ਤਾਂ ਬੰਦਾ ਬਹੁਤ ਜ਼ਿਆਦਾ ਮਾਂ ਨੂੰ ਯਾਦ ਕਰਦਾ ਹੈ। ਬਈ ਮਾਂ ਨੂੰ ਕਿਉਂ? ਕਿਉਂਕਿ ਦਰਅਸਲ ਮਾਂ ਦਾ ਸੰਬੰਧ ਧੀ ਨਾਲ, ਔਲਾਦ ਨਾਲ ਬਹੁਤ ਜ਼ਿਆਦਾ ਹੁੰਦਾ ਹੈ। ਬਾਣੀ ਦੇ ਵਿੱਚ ਇਹ ਫੈਸਲਾ ਕੀਤਾ ਗਿਆ, ਕਿਉਂਕਿ ਲਗਭਗ 9 ਮਹੀਨੇ ਮਾਤਾ ਦਾ ਸੰਬੰਧ ਹੈ ਆਪਣੀ ਔਲਾਦ ਦੇ ਨਾਲ। ਫਿਰ ਆਕਾਰ ਰੂਪ ਦੇ ਵਿੱਚ ਸਾਹਮਣੇ ਪ੍ਰਗਟ ਹੁੰਦਾ ਹੈ। ਲਗਭਗ ਜੇ ਮੈਂ ਨਹੀਂ ਭੁੱਲਦਾ ਵੀ 3.5-4 ਸਾਲ ਤੱਕ ਮਾਂ ਨੂੰ ਆਪਣਾ ਆਪ ਪਤਾ ਨਹੀਂ ਚੱਲਦਾ ਵੀ ਕਿਸ ਤਰ੍ਹਾਂ ਦੇ ਕੱਪੜੇ ਪਹਿਨਣੇ, ਕੀ ਖਾਣਾ ਜਾਂ ਨਹੀਂ ਖਾਣਾ। ਰਾਤਾਂ ਦੀ ਨੀਂਦ ਤੱਕ ਉੱਡ ਜਾਂਦੀ ਹੈ। ਬੱਚੇ ਨੂੰ ਪਾਲਦਿਆਂ ਪਹਿਲਾਂ 9 ਮਹੀਨੇ ਸੰਬੰਧ, 3-4 ਸਾਲ। ਫਿਰ ਇਹਦਾ ਮਤਲਬ ਕਹਿੰਦੇ ਉਹ ਮਾਂ ਬੱਚੇ ਦੇ ਅੰਦਰ ਇੰਨੀ ਕੁ ਧੁਰ ਤੱਕ ਚਲੀ ਜਾਂਦੀ ਹੈ ਕਿ ਜਦੋਂ ਵੀ ਕੋਈ ਦੁੱਖ ਦੀ ਘੜੀ ਆਉਂਦੀ ਹੈ, ਵੇਖੋ ਕਿਸੇ ਬੱਚੀ ਦੀ ਸ਼ਾਦੀ ਹੋਵੇ ਨਾ, ਜਾਂ ਕਿਸੇ ਪੁੱਤਰ ਦੀ ਸ਼ਾਦੀ ਹੋਵੇ, ਆਨੰਦ ਕਾਰਜ ਹੁੰਦੇ ਹੋਣ, ਤੇ ਜੇ ਉਸ ਬੱਚੀ ਦਾ ਜਾਂ ਉਸ ਬੱਚੇ ਦੀ ਮਾਂ ਨਾ ਹੋਵੇ ਤਾਂ ਉਹ ਧੀ ਬੱਚੀ ਉਸ ਵਕਤ ਆਪਣੇ ਆਪ ਉਹਦੇ ਅੰਦਰੋਂ ਵਿਰਾਗ ਚੱਲ ਪੈਂਦਾ ਵੀ ਕਾਸ਼ ਮੇਰੀ ਮਾਂ ਹੁੰਦੀ, ਕਾਸ਼ ਮੇਰੀ ਮਾਂ ਹੁੰਦੀ ਜਾਂ ਮੇਰਾ ਪਿਓ ਹੁੰਦਾ। ਵੇਖੋ ਪਿਓ ਨੂੰ ਵੀ ਬੰਦਾ ਯਾਦ ਕਰਦਾ, ਪਰ ਮਾਂ ਨੂੰ ਬਹੁਤ ਜ਼ਿਆਦਾ। ਇੱਕ ਵਿਦਵਾਨ ਨੇ ਜਦੋਂ ਪੁੱਛਿਆ ਨਾ ਦੂਜੇ ਨੂੰ ਵੀ ਇਹ ਸਵਾਲ ਕੀ ਹੈ, ਉਹ ਕਹਿੰਦਾ ਵੀ ਇਹਦਾ ਕਾਰਨ ਇਹ ਵੀ ਮਾਂ ਦਾ ਸੰਬੰਧ ਬਹੁਤ ਜ਼ਿਆਦਾ ਹੈ। ਮਾਂ ਇੰਨੀ ਕੁ ਧੁਰ ਤੱਕ ਚਲੀ ਜਾਂਦੀ ਹੈ, ਇੱਥੋਂ ਤੱਕ ਕਿ ਜਦੋਂ ਆਪਾਂ ਛੋਟੇ ਹੁੰਦੇ ਸਨ, ਮਾਂ ਨੇ ਜਦੋਂ ਵਾਂਢੇ ਤੋਂ ਆਉਣਾ, ਕਿਸੇ ਸ਼ਹਿਰੋਂ ਮੰਡੀਓਂ ਆਉਣਾ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੱਥ ਵਿੱਚ ਝੋਲਾ ਹੁੰਦਾ ਤੇ ਇਹਨੂੰ ਗੰਢ ਦਿੱਤੀ ਹੁੰਦੀ। ਸਭ ਤੋਂ ਪਹਿਲਾਂ ਜਾ ਕੇ ਆਪਾਂ ਮਾਂ ਨੂੰ ਚੁੰਬੜ ਜਾਣਾ। ਕਿਸੇ ਨੇ ਝੋਲਾ ਇੱਧਰ ਖਿੱਚਣਾ, ਕਿਸੇ ਨੇ ਇੱਧਰ ਖਿੱਚਣਾ। ਕਿਉਂ? ਇੱਕ ਨੇ ਛੋਟੇ ਨੇ ਕਹਿਣਾ ਮੇਰੀ ਮਾਂ, ਉਹ ਕਹਿੰਦਾ ਮੇਰੀ ਮਾਂ। ਕਾਰਨ ਕੀ? ਮੇਰੀ ਮਾਂ ਤਾਂ ਕਰਦੇ ਸੀ ਵੀ ਜ਼ਰੂਰ ਇਸ ਝੋਲੇ ਵਿੱਚ ਖਾਣ ਵਾਸਤੇ ਮਾਂ ਭਾਵੇਂ ਸ਼ਹਿਰੋਂ ਜਾਂਦੀ, ਆਪਣੀ ਦਵਾਈ ਭਾਵੇਂ ਭੁੱਲ ਆਵੇ, ਪਰ ਆਪਣੀ ਔਲਾਦ ਵਾਸਤੇ ਕੁਝ ਨਾ ਕੁਝ ਲੈ ਕੇ ਆਉਂਦੀ ਸੀ, ਨਹੀਂ ਸੀ ਭੁੱਲਦੀ। ਤਾਂ ਕਹਿੰਦੇ ਸਾਂ ਮੇਰੀ ਮਾਂ। ਜਦੋਂ ਕਹਿੰਦੇ ਆਪਾਂ ਜਵਾਨ ਹੋਏ, 20-25 ਸਾਲਾਂ ਦੀ ਉਮਰ ਹੋਈ, ਜਦੋਂ ਘਰ ਵਾਲੀ ਆ ਗਈ, ਤਰ੍ਹਾਂ ਦੇ ਪਦਾਰਥ, ਸੁੱਖ ਚੈਨ, ਆਰਾਮ ਮਿਲ ਗਿਆ। ਜਿਹੜੇ ਛੋਟੇ ਦੋਵੇਂ ਭਰਾ ਬਚਪਨ ਵਿੱਚ ਲੜਦੇ ਸਨ, ਇੱਕ ਦੂਜੇ ਤੋਂ ਖੋਹਦੇ ਸਨ, ਖਿੱਚਦੇ ਸਨ, ਮੇਰੀ ਮਾਂ। ਆ ਜੋ ਦੋਵੇਂ ਕਹਿੰਦੇ ਤੇਰੀ ਮਾਂ, ਤੂੰ ਲੈ ਜਾ। ਕਿਉਂ? ਉਹ ਕਹਿੰਦਾ ਮਹੀਨਾ ਤੂੰ ਰੋਟੀ ਖਵਾਈ ਇਹਨੂੰ ਤੇ ਮਹੀਨਾ ਮੈਂ ਖਵਾਉਂਗਾ। ਇੱਥੋਂ ਤੱਕ ਵੀ ਮੈਂ ਸੁਣਿਆ ਕਿਸੇ ਵਿਦਵਾਨ ਤੋਂ, ਜੇ ਕੱਤੀਆਂ ਦਾ ਮਹੀਨਾ ਹੁੰਦਾ ਸੀ ਨਾ, ਤਾਂ ਉਹ ਕਹਿੰਦਾ ਸੀ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਘਰੇ ਤੂੰ ਰੱਖੀ, 12 ਵਜੇ ਤੋਂ ਬਾਅਦ ਮੈਂ ਲੈ ਜੂੰ। ਇੱਕ ਦਿਨ ਵੀ ਲੋਕ ਵੰਡ ਲੈਂਦੇ ਨੇ, ਇੱਕ ਦਿਨ ਵੀ। ਬਚਪਨ ਵਿੱਚ ਮੇਰੀ ਮਾਂ ਤਾਂ ਕਹਿੰਦੇ ਸਾਂ, ਸਵਾਰਥ ਨਾਲ ਜੁੜੇ ਸਾਂ। ਹੁਣ ਵੱਡੇ ਹੋ ਗਏ ਆ, ਤੇਰੀ ਮਾਂ ਤਾਂ ਕਹਿੰਦੇ ਆ, ਕਿਉਂਕਿ ਹੁਣ ਮਾਂ ਤੋਂ ਕੁਝ ਲੈਣਾ ਨਹੀਂ, ਹੁਣ ਮਾਂ ਨੂੰ ਕੁਝ ਦੇਣਾ ਪਏਗਾ। ਤਾਂ ਕਹਿੰਦੇ ਆ ਵੀ ਉਧਰ ਚੱਲ ਜਾ। ਫਾਦਰ ਡੇ ਅੱਜ ਮਨਾ ਰਹੇ ਨੇ ਸਾਰੇ, ਪਰ ਇਹਦਾ ਭਾਵ ਜਿੱਥੇ ਮਾਂ ਦੀ ਗੱਲ ਹੋ ਰਹੀ ਹੈ ਨਾ, ਉੱਥੇ ਪਿਓ ਦੀ ਵੀ ਬਹੁਤ ਦੇਣ। ਆਪਾਂ ਅੱਖੋਂ ਓਲੇ ਕਰ ਦਿੰਨੇ ਆ। ਚੰਗੀ ਗੱਲ ਹੈ, ਇਹਨਾਂ ਦੇਸ਼ਾਂ ਦੇ ਵਿੱਚ ਫਾਦਰ ਡੇ, ਮਦਰ ਡੇ ਮਨਾਇਆ ਜਾਂਦਾ ਹੈ। ਉੱਥੇ ਪੰਜਾਬ 'ਚ ਮੇਰੇ ਖਿਆਲ 'ਚ ਨਹੀਂ ਕੋਈ ਮਨਾਉਂਦਾ ਹੋਣਾ। ਉੱਥੇ ਤੇ ਬਾਬਿਆਂ ਦੀਆਂ ਬਰਸੀਆਂ ਹੀ ਨਹੀਂ ਲੋਟ ਆਉਂਦੀਆਂ, ਫਾਦਰ ਮਦਰ ਡੇ ਕਿਹਨੇ ਮਨਾਉਣਾ ਹੈ, ਕਿਹਨੇ ਮਨਾਉਣਾ ਹੋਇਆ? ਉੱਥੇ ਤੇ ਇਹ ਕੰਮ ਨਹੀਂ ਲੋਟ ਆਉਂਦਾ। ਕੌਮ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਭੁਲਾ ਦਿੱਤੇ ਗਏ। ਮਦਰ ਤੇ ਫਾਦਰ ਡੇ ਤਾਂ ਬੜੀ ਦੂਰ ਦੀ ਗੱਲ ਹੈ, ਪਰ ਫਾਦਰ ਡੇ ਵੀ ਮਨਾਉਣਾ ਚਾਹੀਦਾ। ਕਿਉਂ? ਕਿਉਂਕਿ ਜਿੱਥੇ ਮਾਂ ਆਪਣੀ ਔਲਾਦ ਨੂੰ 9 ਮਹੀਨੇ ਗਰਭ ਦੇ ਵਿੱਚ ਰੱਖਦੀ ਹੈ, ਉੱਥੇ ਪਿਓ ਆਪਣੀ ਔਲਾਦ ਨੂੰ ਆਪਣੀ ਸੁਰਤ ਵਿੱਚ ਰੱਖਦਾ। ਜਦੋਂ ਪੁੱਤਰ ਦਾ, ਧੀ ਦਾ ਜਨਮ ਹੁੰਦਾ ਹੈ, ਉਸੇ ਦਿਨ ਤੋਂ ਪਿਓ ਨੂੰ ਫਿਕਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਪੜ੍ਹਾਉਣਾ ਹੈ, ਆਪਣੀ ਧੀ ਨੂੰ ਪੜ੍ਹਾਉਣਾ ਹੈ। ਇਹਨੂੰ ਪੜ੍ਹਾ ਲਿਖਾ ਕੇ ਦੀ ਚੰਗੇ ਜਗ੍ਹਾ ਕੋਈ ਵਰ ਯੋਗ ਲੱਭ ਕੇ ਇਹਦੀ ਸ਼ਾਦੀ ਕਰਨੀ ਹੈ। ਜੇ ਮਾਂ ਆਪਣੇ ਪੇਟ ਵਿੱਚ ਰੱਖਦੀ ਹੈ
ਤਾਂ ਸੱਚ ਜਾਣਿਓ ਪਿਓ ਮਰਤੇ ਦਮ ਤੱਕ ਸਾਰੀ ਜ਼ਿੰਦਗੀ ਆਪਣੀ ਔਲਾਦ ਨੂੰ ਆਪਣੇ ਦਿਮਾਗ ਵਿੱਚ, ਆਪਣੀ ਸੁਰਤ ਵਿੱਚ ਰੱਖਦਾ ਹੈ। ਆਪ ਭਾਵੇਂ ਦਿਨ ਰਾਤ ਕੰਮ ਕਰੇ ਪਿਓ, ਪਰ ਉਹਦੀ ਸੁਰਤ, ਉਹਦਾ ਧਿਆਨ ਆਪਣੇ ਪੁੱਤਰ ਵਿੱਚ, ਆਪਣੀ ਔਲਾਦ ਵਿੱਚ ਹੁੰਦਾ ਹੈ। ਭਾਵੇਂ ਆਪ ਸੋਹਣੇ ਤਨ ਤੇ ਕੱਪੜੇ ਨਾ ਪਾਵੇ, ਗਰਮੀ ਸਰਦੀ ਜਿੱਦਾਂ ਦੀ ਮਰਜ਼ੀ ਹੋਵੇ ਅੱਤ ਦੀ, ਭਾਵੇਂ ਉਹਨੂੰ ਟਾਈਮ ਸਿਰ ਖਾਣਾ ਵੀ ਨਾ ਮਿਲੇ, ਪਰ ਉਹਨੂੰ ਇਹ ਹੁੰਦਾ ਮੈਂ ਸਾਰਾ ਦਿਨ ਕਮਾਈ ਕਰਕੇ ਜੋ ਵੀ 200-400 ਜਾਂ 150 ਜਿਹੜਾ ਕਮਾ ਕੇ ਲਿਜਾਵਾਂ ਤੇ ਸਟੋਰ ਤੋਂ ਜਾਂਦਾ ਮੈਂ ਕੁਝ ਆਪਣੀ ਔਲਾਦ ਵਾਸਤੇ ਵੀ ਲੈ ਕੇ ਜਾਵਾਂ। ਇਸ ਲਈ ਜੇ ਮਾਂ ਦੀ ਦੇਣ ਹੈ ਤੇ ਦੇਣ ਕਹਿੰਦੇ ਬਹੁਤ ਵੱਡੀ ਪਿਓ ਦੀ ਵੀ ਹੁੰਦੀ ਹੈ। ਤਾਂ ਆਪ ਸਾਰਿਆਂ ਨੂੰ ਇਸ ਫਾਦਰ ਡੇ ਦੀ ਪੰਜਾਬੀ ਵਿੱਚ ਕਹਿੰਦਾ ਪਿਓ ਦਿਨ ਦੀ ਵੀ ਬਹੁਤ ਵਧਾਈ ਹੋਵੇ। ਸਤਿਗੁਰੂ ਜੀ ਕਿਰਪਾ ਕਰਨ। ਖੈਰ ਬੇਨਤੀ ਕਰ ਰਹੇ ਸਾਂ, ਕਹਿੰਦੇ ਦੇਰੀ ਬੈਠੀ ਮੇਰੀ ਰੋਵੇ, ਦੁਬਾਰੇ ਲਓ ਸੰਗ ਮਾਏ, ਕਹਿੰਦੇ ਘਰ ਵਾਲੀ ਰੋ ਰਹੀ ਹੈ ਤੇ ਮਾਂ ਦੇ ਜਿਹੜੇ ਕੇਸ ਨੇ ਖੁੱਲੇ ਨੇ ਉਹ ਤਾਹਾਂ ਮਾਰਦੀ ਆਪਣੇ ਪੁੱਤਰ ਦੀ ਲਾਸ਼ ਦੇ ਵੱਲ ਭੱਜ ਭੱਜ ਕੇ ਜਾ ਰਹੀ ਹੈ, ਦਰਵਾਜ਼ੇ ਤੱਕ ਜਾ ਰਹੀ ਹੈ। ਦੇਰੀ ਬੈਠੀ, ਦਹਲੀਜ਼ ਤੇ ਬੈਠੀ ਘਰ ਵਾਲੀ, ਦਰਵਾਜ਼ੇ ਤੱਕ ਮਾਂ ਜਾ ਰਹੀ ਹੈ। ਦੇਰੀ ਬੈਠੀ ਮੇਰੀ ਰੋਵੇ, ਦੁਬਾਰੇ ਲਓ ਸੰਗ ਮਾਏ, ਦਰਵਾਜ਼ੇ ਤੱਕ। ਪਰ ਅੱਗੇ ਕਹਿੰਦੇ ਮਰਹਟ ਲੋਗ ਸਭ ਲੋਗ ਕੁਟੰਬ, ਮਿਲ ਹੰਸ ਅਕੇਲਾ ਜਾਏ, ਕਹਿੰਦੇ ਸ਼ਮਸ਼ਾਨ ਘਾਟ ਤੱਕ ਰਿਸ਼ਤੇਦਾਰ ਸਾਕ ਸੰਬੰਧੀ ਜਾਂਦੇ ਨੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਕਹਿੰਦੇ ਅੱਗੇ ਕਿਸੇ ਨੇ ਨਹੀਂ ਜਾਣਾ। ਸਰੀਰ ਆਪਾਂ ਵੇਖਦੇ ਹਾਂ ਜਦੋਂ ਹੀ ਇਨਸਾਨ ਦੀ ਮੌਤ ਹੋ ਜਾਂਦੀ ਹੈ ਨਾ, ਕਈ ਦਫਾ ਮੈਂ ਸੋਚਦਾ ਵੀ ਜਿਹੜੇ ਗੁਰਬਾਣੀ ਦੇ ਬਚਨ ਹੈ ਨਾ, ਜਾਂ ਕਲਗੀਧਰ ਦਸ਼ਮੇਸ਼ ਪਿਤਾ ਦੇ ਬਚਨ ਪੜ੍ਹਦੇ ਹਾਂ, ਇਤਿਹਾਸ ਬਹੁਤਾਤ ਵਿੱਚ ਬਾਣੀ ਉਚਾਰੀ ਗਈ ਹੈ ਪੰਜਾਬ ਦੀ ਧਰਤੀ ਤੇ, ਗੁਰੂ ਸਾਹਿਬਾਨ ਰਹੇ ਪੰਜਾਬ ਦੀ ਧਰਤੀ ਤੇ ਨੇ, ਪਰ ਉਸ ਰੂਲ ਨੂੰ ਫੋਲੋ ਕਰ ਰਹੇ ਨੇ ਆਹ ਦੇਸ਼, ਆਹ ਮੁਲਕ। ਕਿਉਂਕਿ ਕਲਗੀਧਰ ਪਾਤਸ਼ਾਹ ਹਮੇਸ਼ਾ ਆਪਣੇ ਸਿੰਘਾਂ ਨੂੰ ਕਹਿੰਦੇ ਸਨ ਕਿ ਕਿਸੇ ਦੇ ਦੁਸ਼ਮਣ ਦੀ ਪਿੱਠ ਤੇ ਵਾਰ ਨਹੀਂ ਕਰਨਾ। ਕਲਗੀਧਰ ਪਾਤਸ਼ਾਹ ਕਹਿੰਦੇ ਮਰਦੇ ਮਰ ਜਿਓ ਪਰ ਦੁਸ਼ਮਣ ਦੇ ਭੱਜੇ ਜਾਂਦੇ ਦੇ ਪਿੱਠ ਤੇ ਵਾਰ ਨਹੀਂ ਕਰਨਾ। ਤੇ ਇੱਥੇ ਤੁਸੀਂ ਦੇਖ ਲਓ, ਕਿਸੇ ਦੇ ਪਿੱਠ ਤੇ ਤੁਸੀਂ ਇੱਥੇ ਵਾਰ ਕਰ ਸਕਦੇ ਹੋ, ਸਭ ਤੋਂ ਵੱਡਾ ਅਪਰਾਧ ਮੰਨਿਆ ਜਾਂਦਾ। ਮੈਨੂੰ ਕਿਸੇ ਨੇ ਸੱਜਣ ਨੇ ਦੱਸਿਆ ਸੀ, ਇੱਥੇ ਤੁਸੀਂ ਕਿਸੇ ਦੇ ਭੱਜੇ ਜਾਂਦੇ ਪਿੱਠ ਤੇ ਵਾਰ ਕਰੋਗੇ, ਤੁਹਾਨੂੰ ਜ਼ਿਆਦਾ ਪਤਾ ਹੈ, ਤੁਸੀਂ ਇੱਥੇ ਦੇ ਰਹਿਣ ਵਾਲੇ ਹੋ, ਪਰ ਕੋਈ ਸਾਹਮਣੇ ਹੈ ਤੁਹਾਡੇ, ਤੁਸੀਂ ਵਾਰ ਕਰੋਗੇ, ਮੇਰੇ ਖਿਆਲ 'ਚ ਹੋ ਸਕਦਾ ਹੈ ਵੀ ਉਹਦਾ ਇੰਨਾ ਗੁਨਾਹ ਨਾ ਮੰਨਿਆ ਜਾਏ। ਇਸੇ ਤਰ੍ਹਾਂ ਮੈਂ ਸੋਚਦਾ ਸਾਂ ਇੱਕ ਦਿਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹ ਗੋਰੇ ਲੋਕ ਨਾ ਪੰਜਾਬ ਦੀ ਧਰਤੀ ਤੇ ਚਲੋ ਗਏ ਸਨ, ਬਾਣੀ ਇਹਨਾਂ ਨੇ ਹੋ ਸਕਦਾ ਬਹੁਤੀ ਨਾ ਪੜ੍ਹੀ ਹੋਵੇ, ਜਿਨ੍ਹਾਂ ਨੂੰ ਤੁਸੀਂ ਬਾਣੀ ਪੜ੍ਹਾਉਂਦੇ ਰਹੇ, ਸਮਝਾਉਂਦੇ ਰਹੇ, ਦੱਸਦੇ ਰਹੇ, ਉਹਨਾਂ ਲੋਕਾਂ ਨੇ ਤੇਰੇ ਰੂਲ ਨੂੰ, ਤੇਰੀ ਬਾਣੀ ਨੂੰ ਫੋਲੋ ਨਹੀਂ ਕੀਤਾ। ਪਰ ਕਹਿੰਦੇ ਇਹ ਲੋਕ ਤਾਂ ਆਪਣਾ ਜੀਵਨ ਤੁਹਾਡੀ ਬਾਣੀ ਮੁਤਾਬਕ ਹੀ ਬਤੀਤ ਕਰ ਰਹੇ ਨੇ। ਤੁਸੀਂ ਦਸਵੰਧ ਕੱਢਣ ਦੀ ਗੱਲ ਕਰਦੇ ਸੀ ਤੇ ਸਤਿਗੁਰੂ ਜੀ ਇਸ ਮੁਲਕ ਵਿੱਚ ਆਪਾਂ ਟੈਕਸ ਕਹਿ ਦਿੰਨੇ ਆ ਤੇ ਦੂਜੇ ਅਰਥ ਇਹਦਾ ਦਸਵੰਧ ਕਹਿ ਲਓ। ਖੈਰ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਜੀ ਸਾਰਿਆਂ ਨੂੰ ਇੱਕੋ ਨਜ਼ਰ ਦ੍ਰਿਸ਼ਟੀ ਦੇ ਨਾਲ ਵੇਖਦੇ ਸਨ। ਤੇ ਇਸ ਮੁਲਕ ਦੇ ਵਿੱਚ ਵੀ ਜੇ ਟ੍ਰੈਫਿਕ ਰੂਲ ਹੈ, ਜਾਂ ਆਪਾਂ ਇੱਥੇ ਖਲੋਤੇ ਆ ਚੌਂਕ ਦੇ ਵਿੱਚ ਬੱਤੀਆਂ ਤੇ, ਇਹ ਤੇ ਨਹੀਂ ਵੀ ਜਿਹੜਾ ਇੱਥੋਂ ਦਾ ਵੱਡਾ ਮਿਨਿਸਟਰ ਹੈ ਵੀ ਉਹ ਐਦਾਂ ਘੁਮਾ ਕੇ ਗੱਡੀ ਗਾਂਹ ਦੀ ਹੋ ਕੇ ਪਹਿਲਾਂ ਲੰਘ ਜੂ, ਨਹੀਂ, ਜੋ ਪਿੱਛੋਂ ਆਇਆ ਤੇ ਪਿੱਛੇ ਹੀ ਖੜਾ ਰਹੇਗਾ, ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਹੀ ਜਾਏਗਾ। ਮੇਰੇ ਖਿਆਲ 'ਚ ਵੀ ਸਭ ਕੁਝ ਗੁਰਬਾਣੀ ਦੇ ਮੁਤਾਬਕ ਇਹ ਮੁਲਕ ਜ਼ਿੰਦਗੀ ਜਿਉਂ ਰਹੇ ਨੇ। ਤੇ ਜਿੱਥੇ ਬਾਣੀ ਉਚਾਰਨ ਕੀਤੀ ਗਈ ਹੈ ਉੱਥੇ ਬੰਦਾ ਤੁਸੀਂ ਵੇਖ ਲਓ, ਇੱਕ ਬੰਦਾ ਹਸਪੀਟਲ ਦੇ ਵਿੱਚ ਜਾਂ ਕਿਸੇ ਬੈਂਕ ਦੇ ਵਿੱਚ ਬਜ਼ੁਰਗ ਬਾਪੂ 4 ਘੰਟਿਆਂ ਤੋਂ ਬੈਠਾ ਹੈ ਤੇ ਇੱਕ ਮੇਰੇ ਵਰਗਾ ਆਇਆ 10 ਮਿੰਟਾਂ 'ਚ ਮੈਨੇਜਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ, ਚਾਹ ਕੌਫੀ ਪੀਤੀ ਹੈ, ਕੰਮ ਕਰਾ ਕੇ ਆਓ ਗਿਆ। ਕਿਹੜਾ ਰੂਲ? ਕੋਈ ਸਿਸਟਮ ਨਹੀਂ। ਪਰ ਇੱਥੇ ਨਹੀਂ, ਇੱਥੇ ਐਦਾਂ ਨਹੀਂ ਮੇਰੇ ਖਿਆਲ, ਜਿੱਥੋਂ ਤੱਕ ਮੈਨੂੰ ਪਤਾ ਹੈ। ਆਪਾਂ ਜਿਹੜੀ ਬੇਨਤੀ ਕਰ ਰਹੇ ਸਾਂ, ਪਾਤਸ਼ਾਹ ਕਹਿੰਦੇ ਮਰਹਟ ਸਭ ਲੋਗ ਕੁਟੰਬ, ਮਿਲ ਹੰਸ ਅਕੇਲਾ ਜਾਏ। ਜਦੋਂ ਹੀ ਇੱਥੇ ਕਿਸੇ ਦੀ ਡੈਥ ਹੋ ਜਾਂਦੀ ਹੈ, ਨਾਲ ਦੀ ਨਾਲ ਆਦ ਘਰੀ ਕੋਊ ਨਾ ਰਾਖੇ, ਘਰ ਤੇ ਦੇਤ ਨਿਕਾਰ। ਕਹਿੰਦੇ ਮਨੁੱਖ ਦੀ ਮੌਤ ਹੁੰਦੀ ਹੈ ਤੇ ਨਾਲ ਦੀ ਨਾਲ ਉਹਨੂੰ ਚੁੱਕ ਕੇ ਲੈ ਜਾਂਦੇ ਆ, ਹਫ਼ਤਾ ਭਰ ਨਹੀਂ ਸਾਨੂੰ ਪਤਾ ਲੱਗਦਾ। ਕਿਉਂਕਿ ਜਿਹੜੇ ਬਚਨ ਬਾਣੀ ਵਿੱਚ ਲਿਖੇ ਨੇ ਤੇ ਸਤਿਗੁਰੂ ਜੀ ਜ਼ਿਕਰ ਕਰਦੇ ਨੇ, ਸਰੀਰ ਇੱਥੇ ਰਹਿ ਜਾਣਾ, ਸਾਕ ਸੰਬੰਧੀ ਤੇਰੇ ਫਿਊਨਲ ਤੱਕ, ਤੇਰੇ ਸੰਸਕਾਰ ਤੱਕ ਰਹਿਣਗੇ, ਪਰ ਜਿਹੜਾ ਅੰਦਰ ਜੀਵ ਆਤਮਾ ਕਹਿੰਦੇ ਉਹ ਇਕੱਲਾ ਹੀ ਜਾਏਗਾ। ਅਗਲੇ ਬਚਨ ਬੜੇ ਪਿਆਰੇ ਨੇ, ਪਾਤਸ਼ਾਹ ਜੀ ਕਹਿੰਦੇ ਵੈ ਸੁੱਤ, ਸੁੱਤ ਦੇ ਅਰਥ ਨੇ ਪੁੱਤਰ, ਵੈ ਬਿੱਤ, ਬਿੱਤ ਦੇ ਅਰਥ ਨੇ ਧਨ ਦੌਲਤ ਪਦਾਰਥ,
ਵੈ ਸੁਤ ਵੈ ਬਿਤ ਵੈ ਪੁਰ ਪਾਟਨ, ਪੁਰ ਪਿੰਡ ਪਾਟਨ ਸ਼ਹਿਰ। ਵੈ ਸੁਤ ਵੈ ਬਿਤ ਵੈ ਪੁਰ ਪਾਟਨ, ਬਹੁਰ ਨਾ ਦੇਖੈ ਆਏ। ਇਸ਼ਾਰਾ ਕਰ ਦਿੱਤਾ ਬੰਦੇ ਨੂੰ, ਜਿਉਂਦੇ ਜੀ ਨੂੰ, ਮਰੇ ਨੂੰ ਨਹੀਂ ਕਹਿ ਰਹੇ ਕੁਝ। ਵੈਸੇ ਜਿਹੜੀ ਬਾਣੀ ਹੈ ਨਾ ਸਾਡੀ, ਇਹ ਸਾਡੇ ਜਿਉਂਦਿਆਂ ਵਾਸਤੇ ਹੈ, ਜਿਉਂਦਿਆਂ ਵਾਸਤੇ। ਮਰਨ ਤੋਂ ਬਾਅਦ ਇਸ ਬਾਣੀ ਤੇ ਕੋਈ ਅਸਰ ਨਹੀਂ ਹੋ ਸਕਦਾ, ਇਹ ਬਾਣੀ ਹੀ ਕਹਿ ਰਹੀ ਹੈ। ਲੋਥ ਸਾਹਮਣੇ ਪਈ ਹੈ ਨਾ, ਜਿੱਦਾਂ ਆਪਾਂ ਜਾਂਦੇ ਹਾਂ ਸੰਸਕਾਰ ਤੇ, ਜੇ ਮੈਂ ਕਹਾਂ ਨਾ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਵੀ ਸ਼ਾਇਦ ਉਹ ਜਿਹੜਾ ਬਾਪੂ ਡੱਬੇ 'ਚ ਪਿਆ ਉਹਦੇ ਵਾਸਤੇ ਨਹੀਂ, ਮੈਨੂੰ ਖਿਮਾ ਕਰਿਓ। ਇਹ ਬਾਣੀ ਜਿਹੜੇ ਅਸੀਂ ਉੱਥੇ ਬੈਠੇ ਹੋ ਨਾ ਉਹਨਾਂ ਵਾਸਤੇ ਹੈ, ਤਾਂ ਕਿ ਜਿਹੜੇ ਬੈਠੇ ਨੇ ਚਲੋ ਮਨ ਉਹਨਾਂ ਦਾ ਵਿਰਾਗ ਵਿੱਚ ਨਾ ਜਾਵੇ, ਕੋਈ ਉਹਨਾਂ ਦੇ ਮਨ ਵਿੱਚ ਚਿੰਤਾ ਟੈਨਸ਼ਨ ਨਾ ਹੋਵੇ। ਤਾਂ ਉਹ ਜਦੋਂ ਜਿਵੇਂ ਜਿਵੇਂ ਪਾਠ ਹੋਵੇਗਾ ਤੇ ਤੁਹਾਡਾ ਜਿਹੜਾ ਸਮਾਂ ਵੀ ਸਫਲ ਹੋਵੇਗਾ ਤੇ ਤੁਸੀਂ ਸਮਾਜਿਕ ਤੌਰ ਤੇ ਉਸ ਗਮ ਦੁੱਖ ਵਿੱਚ ਸ਼ਾਮਲ ਵੀ ਹੋ ਜਾਓਗੇ। ਇਹ ਬਾਣੀ ਜਿਉਂਦਿਆਂ ਵਾਸਤੇ, ਮੁਰਦਿਆਂ ਵਾਸਤੇ ਥੋੜੀ ਬਾਣੀ ਹੈ, ਇਹ ਬਾਣੀ ਜਿਉਂਦਿਆਂ ਵਾਸਤੇ ਹੈ। ਤੁਸੀਂ ਇਸ ਬਾਣੀ ਨੂੰ ਜਿਉਂਦੇ ਜੀ ਪੜ੍ਹ ਕੇ ਬੜੇ ਵਧੀਆ ਢੰਗ ਤਰੀਕੇ ਦੇ ਨਾਲ ਇੱਕ ਸੁਚੱਜਾ ਜੀਵਨ ਤੁਸੀਂ ਜਿਉ ਸਕਦੇ ਹੋ। ਗੁਰ ਪੁੱਛੋ ਤੁਮ ਕਰੋ ਵਿਚਾਰ, ਗੁਰੂ ਤਾਂ ਦੱਸਣ ਨੂੰ ਤਿਆਰ ਹੈ ਪਰ ਤੂੰ ਹੀ ਪੁੱਛਣ ਨੂੰ ਤਿਆਰ ਨਹੀਂ ਹੈ। ਪਾਤਸ਼ਾਹ ਨੇ ਜ਼ਿਕਰ ਕੀਤਾ ਵੈ ਸੁਤ ਵੈ ਬਿਤ ਵੈ ਪੁਰ ਪਾਟਨ, ਬਹੁਰ ਨਾ ਦੇਖੈ ਆਏ। ਜਿਉਂਦੇ ਜੀ ਬੰਦੇ ਨੂੰ ਕਹਿੰਦੇ ਵੀ ਅੱਜ ਵੇਖ ਜਦੋਂ ਤੇਰੀ ਮੌਤ ਹੋਣੀ ਹੈ, ਇੱਕ ਦਫਾ ਤੇਰੇ ਘਰ ਦੇ ਵਿੱਚੋਂ ਅਰਥੀ ਉੱਠ ਗਈ, ਨਾ ਤਾਂ ਤੂੰ ਦੁਬਾਰਾ ਆਪਣੇ ਪੁੱਤਰਾਂ ਨੂੰ ਵੇਖ ਸਕਣਾ, ਨਾ ਹੀ ਤੂੰ ਇਸ ਧਨ ਦੇ ਉੱਪਰ ਕਾਬਜ ਹੋ ਸਕਦਾ ਹੈ, ਤੇ ਨਾ ਹੀ ਤੂੰ ਇਸ ਪਿੰਡ ਸ਼ਹਿਰ ਨੂੰ ਦੇਖ ਸਕਦਾ ਹੈ। ਤਾਂ ਫਿਰ ਭਗਤ ਜੀ ਆਪ ਹੀ ਸਵਾਲ ਕਰਦੇ ਨੇ, ਪਾਤਸ਼ਾਹ ਮੈਨੂੰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਕਹਿਤ ਕਬੀਰ RAM ਕੀ ਨਾ ਸਿਮਰੋ। ਕਹਿੰਦੇ ਜੇ ਤੂੰ ਅਜੇ ਵੀ ਰੱਬ ਦਾ ਨਾਮ ਨਹੀਂ ਨਾ ਜਪਿਆ, ਜਨਮ ਅਕਾਰਥ ਜਾਏ। ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਇਹ ਤੇਰਾ ਅਕਾਰਥ, ਇਹ ਤੇਰਾ ਨਾਸਵੰਤ ਹੈ, ਇਹ ਕਿਸੇ ਲੇਖੇ ਵਿੱਚ ਨਹੀਂ ਹੈ। ਤੇ ਸਤਿਗੁਰਾਂ ਦਾ ਪਾਵਨ ਬਚਨ ਜਿਹੜਾ ਅੰਮ੍ਰਿਤ ਵੇਲੇ ਆਇਆ ਹੈ, ਬੜੇ ਮਹੱਤਵਪੂਰਨ ਬਚਨ ਨੇ। ਸਤਿਗੁਰੂ ਜੀ ਕਿਰਪਾ ਕਰਨ, ਕਿਉਂਕਿ ਆਪਾਂ ਬੇਨਤੀ ਕਰ ਰਹੇ ਸਾਂ, ਕਰਨ ਨਾ ਸੁਣੈ ਕਰਨ ਨਾਦ ਮੁੰਦ ਘਾਲਿਆ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਰਸਨਾ ਜਪੈ ਨਾ ਨਾਮ ਰਸਨਾ ਗੁਣ ਗੋਪਾਲ ਨਿਤ ਗਾਇਨ। ਅੱਜ ਜਿਹੜੇ ਬਚਨ ਆਏ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰਹਾਂ ਜਾ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਕਹਿੰਦੇ ਇਸ ਰਸਨਾ ਦੇ ਨਾਲ ਜਦੋਂ ਤੂੰ ਰੱਬ ਦੀ ਸਿਫਤ ਸਲਾਹ ਵਡਿਆਈ ਨਹੀਂ ਨਾ ਕਰਦਾ, ਆਤਮਿਕ ਤੌਰ ਤੇ ਤੂੰ ਇਸ ਜੀਵਨ ਦੇ ਵੱਲੋਂ ਬਿਲਕੁਲ ਮਰਦਾ ਜਾ ਰਿਹਾ ਹੈ। ਇਹ ਜੀਵਨ ਤੇਰਾ ਸਫਲ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ, ਰਹਿੰਦੇ ਸ਼ਬਦ ਦੀ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਰਸਨਾ ਗੁਣ ਗੋਪਾਲ ਨਿਤ ਗਾਇਣ। ਐ ਬੰਦਿਆ, ਐ ਮੇਰੀ ਰਸਨਾ, ਜਿਹੜਾ ਉਹ ਮੇਰਾ ਮਾਲਕ ਵਾਹਿਗੁਰੂ ਹੈ ਨਾ, ਪਰਮਾਤਮਾ, ਗੁਣਾਂ ਦਾ ਖਜ਼ਾਨਾ, ਨਿਧ ਖਜ਼ਾਨਾ। ਗੁਣ ਗੋਪਾਲ, ਗੋਪਾਲ ਗੋ ਧਰਤੀ ਪਾਲਣਾ ਕਰਨ ਵਾਲਾ, ਉਹ ਜਿਹੜਾ ਵਾਹਿਗੁਰੂ ਹੈ, ਉਹਦੀ ਵਡਿਆਈ, ਉਹਦੀ ਸਿਫਤ ਸਲਾਹ ਤੂੰ ਆਪਣੀ ਰਸਨਾ ਦੇ ਦੁਆਰਾ ਕਰ। ਵੇਖੋ ਬੰਦਾ ਬੰਦੇ ਦੀ ਉਸਤ ਕਰਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਤੁਸੀਂ ਰੋਜ਼ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹੋ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੂਖ। ਸਾਚੇ ਨਾਮ ਕੀ, ਸੱਚੇ ਨਾਮ ਦੀ ਭੁੱਖ ਕਿਸੇ ਕਿਸੇ ਨੂੰ ਲੱਗਦੀ ਹੈ, ਹਰ ਇੱਕ ਨੂੰ ਨਹੀਂ ਲੱਗਦੀ। ਨਹੀਂ ਤੇ ਬੰਦੇ ਨੂੰ ਆਪਣੀ ਪ੍ਰਭਤਾ ਦੀ ਭੁੱਖ, ਮੈਨੂੰ ਆਪਣੀ ਵਡਿਆਈ ਦੀ ਭੁੱਖ, ਕਿਸੇ ਨੂੰ ਧਨ ਦੌਲਤ ਦੀ ਭੁੱਖ, ਕਿਸੇ ਨੂੰ ਦੂਜੇ ਨੂੰ ਨੀਵਾਂ ਵਿਖਾਉਣ ਦੀ ਭੁੱਖ, ਕਿਸੇ ਨੂੰ ਦੁਨੀਆ ਦੇ ਵਿੱਚ ਪ੍ਰਚਲਿਤ ਹੋਣ ਦੀ ਭੁੱਖ। ਪਰ ਪਾਤਸ਼ਾਹ ਜੀ ਕਹਿੰਦੇ ਇੱਕ ਸੱਚੇ ਗਿਆਨ ਦੀ, ਉਸ ਮਾਲਕ ਵਾਹਿਗੁਰੂ ਰੱਬੀ ਗੁਣਾਂ ਦੀ ਭੁੱਖ, ਕਹਿੰਦੇ ਜਦੋਂ ਕਿਸੇ ਨੂੰ ਲੱਗਦੀ ਹੈ ਨਾ, ਉਤ ਭੂਖੈ ਖਾਏ ਚੱਲੀਐ ਦੁੱਖ। ਰੱਬੀ ਗੁਣਾਂ ਦੀ ਭੁੱਖ ਜਦੋਂ ਲੱਗ ਜਾਂਦੀ ਹੈ ਤਾਂ ਵਿਕਾਰ ਰੂਪ ਦੁੱਖ ਸਾਰੇ ਖਤਮ ਹੋ ਜਾਂਦੇ ਨੇ। ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਹੀ ਭਾਈ। ਸਾਰੇ ਸੁੱਖਾਂ ਦਾ ਖਜ਼ਾਨਾ ਹੈ ਵਾਹਿਗੁਰੂ। ਉਸ ਪ੍ਰਭੂ ਦੇ ਗੁਣ ਤੂੰ ਆਪਣੀ ਜ਼ਬਾਨ ਦੇ ਨਾਲ, ਰਸਨਾ ਦੇ ਦੁਆਰਾ ਜਦੋਂ ਤੂੰ ਗਾਇਨ ਕਰੇਂਗਾ, ਤੇਰੇ ਮਨ ਵਿੱਚ ਆਏਗੀ ਸ਼ਾਂਤੀ, ਤੇਰਾ ਮਨ ਬਿਲਕੁਲ ਸੰਤੁਸ਼ਟ ਹੋ ਜਾਏਗਾ। ਆਤਮਿਕ ਅਡੋਲਤਾ ਤੇਰੇ ਜੀਵਨ ਦੇ ਵਿੱਚ ਪੈਦਾ ਹੋਵੇਗੀ। ਕਦੋਂ? ਜਦੋਂ ਤੂੰ ਉਸ ਮਾਲਕ ਦੀ ਸਿਫਤ ਕਰੇਂਗਾ। ਵੇਖੋ ਬੰਦੇ ਦੀ ਤੁਸੀਂ ਸਿਫਤ ਕਰਨ ਲੱਗ ਜਾਓ ਤਾਂ ਉਹ ਬੰਦਾ ਕੁਝ ਦਿਨਾਂ ਤੋਂ ਬਾਅਦ ਜਦੋਂ ਤੁਹਾਨੂੰ ਕੋਈ ਦੱਸੇਗਾ ਵੀ ਤੂੰ ਉਹਦੀ ਵਡਿਆਈ ਕਰਦਾ ਸੀ, ਤੇ ਉਹ ਬੰਦਾ ਤਾਂ ਤੈਨੂੰ ਗਾਲਾਂ ਕੱਢਦਾ ਨਹੀਂ ਥੱਕਦਾ।
ਫਿਰ ਆਪਾਂ ਪਛਤਾਉਂਦੇ ਨਹੀਂ ਵੀ ਮੈਂ ਕਾਹਨੂੰ ਉਹਦੀ ਵਡਿਆਈ ਕੀਤੀ ਜੇ ਉਹਨੇ ਮੈਨੂੰ ਗਾਲਾਂ ਹੀ ਕੱਢਣੀਆਂ ਸੀ। ਪਰ ਇੱਕ ਗੁਰੂ ਹੈ, ਜਦੋਂ ਤੁਸੀਂ ਇਸ ਗੁਰੂ ਦੀ ਵਡਿਆਈ ਸਿਫਤ ਸਲਾਹ ਕਰੋਗੇ ਰੱਬੀ ਗੁਣ ਆਉਣਗੇ, ਪਰ ਪਛਤਾਵਾ ਨਹੀਂ ਹੋਏਗਾ। ਸਗਲੇ ਦੁੱਖ ਪਲਾਇਨ, ਮਨ ਵਿੱਚ ਆਤਮਿਕ ਸ਼ਾਂਤੀ। ਸਗਲੇ ਦੁੱਖ, ਇੱਥੇ ਸਰੀਰਕ ਦੁੱਖ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਹੈ ਔਗਣ ਰੂਪ ਦੁੱਖ, ਕਹਿੰਦੇ ਜੀਵਨ ਵਿੱਚੋਂ ਜਾਂਦੇ ਰਹਿਣਗੇ। ਰਹਾਓ ਜੋ ਮੰਗੈ ਸੋਈ ਸੋਈ ਪਾਵੇਂ, ਸੇਵ ਹਰ ਕੇ ਚਰਨ ਰਸਾਇਣ। ਹੈ ਭਾਈ ਪ੍ਰਭੂ ਸਾਰੇ ਰਸਾਂ ਦਾ ਘਰ ਹੈ, ਉਹਦੇ ਚਰਨ, ਉਹਦੀ ਵਡਿਆਈ ਰੱਬੀ ਗੁਣ ਜਦੋਂ ਤੂੰ ਜੀਵਨ ਵਿੱਚ ਧਾਰਨ ਕਰੇਗਾ ਨਾ, ਜੋ ਮੰਗੈ ਸੋਈ ਸੋਈ ਪਾਵੇਂ, ਜੋ ਤੂੰ ਮੰਗੇਗਾ ਉਹ ਤੈਨੂੰ ਪ੍ਰਾਪਤੀ ਹੋਵੇਗੀ। ਸੇਵ ਹਰ ਕੇ ਚਰਨ ਰਸਾਇਣ, ਕਿਉਂਕਿ ਮਾਲਕ ਦੀ ਜਿਹੜੀ ਵਡਿਆਈ ਹੈ ਨਾ, ਮਾਲਕ ਦੀ ਜਿਹੜੀ ਬਖਸ਼ਿਸ਼ ਹੈ, ਹਰ ਕੇ ਚਰਨ ਰਸਾਇਣ ਦੇ ਅਰਥ ਨੇ ਇੱਕ ਦਵਾਈ ਦੀ ਤਰ੍ਹਾਂ ਹੈ ਰੱਬੀ ਗੁਣ। ਜਨਮ ਮਰਨ ਦੋਹੂ ਤੇ ਛੁਟੈ, ਭਵਜਲ ਜਗਤ ਤਰਾਇਣ। ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਤੂੰ ਜਿਉਂਦੇ ਜੀ ਤੂੰ ਮੁਕਤ ਹੋ ਜਾਏਗਾ, ਤੇਰੇ ਵਿੱਚੋਂ ਔਗਣ ਜਨਮ ਲੈਣੇ ਬੰਦ ਕਰ ਦੇਣਗੇ। ਮਾਲਕ ਦੀ ਸਿਫਤ ਸਲਾਹ ਤੇਰੇ ਜੀਵਨ ਦੇ ਵਿੱਚ ਜਨਮ ਲੈਣਾ ਸ਼ੁਰੂ ਕਰ ਦੇਗੀ, ਤੇ ਸੰਸਾਰ ਵਿੱਚ ਜਿਉਂਦੇ ਜੀ ਸੰਸਾਰ ਸਾਗਰ ਵਿੱਚੋਂ ਤੂੰ ਮੁਕਤ ਹੋ ਸਕਦਾ ਹੈ। ਸੰਸਾਰ ਤੋਂ ਮੁਕਤ ਹੋਣਾ ਕੀ ਹੈ? ਮਰਨ ਤੋਂ ਬਾਅਦ ਨਹੀਂ ਕੋਈ ਮੁਕਤ ਹੁੰਦਾ, ਤੇ ਜੇ ਮਰਨ ਤੋਂ ਬਾਅਦ ਮੁਕਤ ਹੋ ਵੀ ਗਏ ਤੇ ਫਿਰ ਉਹਦਾ ਸਾਨੂੰ ਕੀ ਫਾਇਦਾ ਹੋਇਆ? ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਤੂੰ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਕਹਿੰਦੇ ਜਿਉਂਦੇ ਜੀ ਤੂੰ ਉਸ ਮਾਲਕ ਦੀ ਸਿਫਤ ਕਰ, ਉਹਦੀ ਸਿਫਤ ਸਲਾਹ ਕਰ, ਉਹਨੂੰ ਨਮਸਕਾਰ ਕਰ, ਕਿਉਂਕਿ ਜਿਉਂਦੇ ਜੀ ਤੂੰ ਬੰਧਨਾਂ ਤੋਂ ਮੁਕਤ ਹੋਣਾ ਹੈ। ਪਾਤਸ਼ਾਹ ਨੇ ਜ਼ਿਕਰ ਕੀਤਾ ਜਨਮ ਮਰਨ ਦੋਹੂ ਤੇ ਛੂਟੈ, ਭਵਜਲ ਜਗਤ ਤਰਾਇਨ। ਜਨਮ ਮਰਨ ਦੇ ਚੱਕਰਾਂ ਚੋਂ ਮੁਕਤ ਹੋ ਜਾਏਗਾ, ਸੰਸਾਰ ਰੂਪ ਸਾਗਰ ਵਿੱਚ ਆਉਣਾ ਸਫਲ ਹੋ ਜਾਣਾ ਹੈ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਕਹਿੰਦੇ ਜਦੋਂ ਤੂੰ ਖੋਜ ਕਰਦਿਆਂ ਵਿਚਾਰ ਕਰਦਿਆਂ ਕਿਸੇ ਨਤੀਜੇ ਤੇ, ਜਦੋਂ ਅਸਲੀਅਤ ਤੱਤ ਤੇ ਪਹੁੰਚੇਗਾ, ਦਾਸ ਗੋਬਿੰਦ ਪਰਾਇਣ। ਪਰਾਇਣ ਦੇ ਅਰਥ ਨੇ ਆਸਰਾ। ਫਿਰ ਤੈਨੂੰ ਪਤਾ ਚੱਲੇਗਾ ਜਿਹੜੇ ਗੁਰਮੁਖ ਜਨ ਨੇ ਰੱਬੀ ਗੁਣਾਂ ਨੂੰ ਸਮਝਣ ਵਾਲੇ, ਉਹ ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਨੇ ਨਾ ਜਿਹੜੇ, ਉਹ ਅਸਲੀਅਤ ਤੇ ਪਹੁੰਚ ਜਾਂਦੇ ਨੇ, ਅਸਲੀ ਤੱਤ ਤੇ ਪਹੁੰਚ ਜਾਂਦੇ ਨੇ। ਜਿਵੇਂ ਸੁਆਣੀ ਭੈਣ ਮੇਰੀ ਬੱਚੀ, ਕੋਈ ਮਾਤਾ ਜਦੋਂ ਦੁੱਧ ਰਿੜਕਦੀ ਆ, ਉਹਦਾ ਨਿਸ਼ਾਨਾ ਹੁੰਦਾ ਵੀ ਦੁੱਧ ਰਿੜਕਣ ਤੋਂ ਬਾਅਦ ਉਹਦਾ ਮੇਨ ਨਿਸ਼ਾਨਾ ਲੱਸੀ ਤੇ ਨਹੀਂ, ਉਹਦਾ ਮੇਨ ਨਿਸ਼ਾਨਾ ਹੁੰਦਾ ਮੱਖਣ ਤੇ। ਉਸ ਮੱਖਣ ਨੂੰ ਬਾਅਦ ਵਿੱਚ ਕਿਵੇਂ ਘਿਓ ਵਿੱਚ ਤਬਦੀਲ ਕਰਨਾ ਹੈ। ਸਤਿਗੁਰੂ ਜੀ ਕਹਿੰਦੇ ਖੋਜਦ ਖੋਜਦ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਉਸ ਮਾਲਕ ਵਾਹਿਗੁਰੂ ਨੂੰ ਬੰਦਿਆ ਆਸਰਾ ਬਣਾ। ਕਿਹੜਾ ਵਾਹਿਗੁਰੂ? ਕਹਿੰਦੇ ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਬਨਾਸੀ ਜਿਹੜਾ ਨਾਸ ਤੋਂ ਰਹਿਤ। ਬੰਦਿਆ ਜੇ ਤੂੰ ਸਦੀਵੀ ਸੁਖ ਚਾਹੁੰਦਾ ਨਾ, ਆਤਮਿਕ ਸੁਖ ਚਾਹੁੰਦਾ, ਤਾਂ ਫਿਰ ਤੂੰ ਉਸ ਨਾਸ ਤੋਂ ਰਹਿਤ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਨਾਰਾਇਣ ਨਰਾਂ ਦਾ ਉਦਾਹਰਨ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ, ਬਸ ਉਹ ਉਸ ਰੱਬੀ ਗੁਣਾਂ ਦੇ ਨਾਲ ਤੂੰ ਜੁੜਨਾ ਕਰ, ਉਸੇ ਤੋਂ ਤੈਨੂੰ ਸਦੀਵੀ ਸੁੱਖਾਂ ਦੀ ਪ੍ਰਾਪਤੀ ਹੋਏਗੀ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਔਗਣ ਨਾ ਚਿਤਾਰਨੇ। ਭੁੱਲ ਚੁੱਕ ਦੀ क्षमा ਬਖਸ਼ੋ, ਅਸੀਸ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ। ਤੂੰ ਮੇਰਾ ਠਾਕੁਰ, ਹਉ ਦਾਸ ਤੇਰਾ, ਤੁਝ ਬਿਨ ਅਵਰ